जोरी श्री हर कृष्ण मनाए बहोरी। एक बहादुर परम कृपाला सतगुर परम कृपाला। श्री गुरु गोबिंद सिंह बिसाला। तारों तारा पर पुन पुन सीसा पुन पुन सीसा। बंदों बार बार जगदीसा। बंदों बार बार जगदीसा। श्री सतगुर तब नाम विचारा, रिप दल सकल दूर ही टारा। निकट न आए अपर ही मारियो, इम जुझार सिंह नाम उचारियो। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। सतगुरां ने सत संगत दे सुभागे समय बख्शिश कीते। धन गुरु गोबिंद सिंह महाराज दे जीवन दी जो कथा है वो सरवण करन वास्ते आपां प्राप्त होए हैं। गुरु गोबिंद सिंह महाराज जी ने जिहड़े बचन कीते कि हुसैन खान नाम का जिहड़ा पठान है आनंदपुर साहब तक नहीं पहुँच पाएगा, इसका पहला ही जमा दी पुरी नूं पियाना होवेगा। सतगुरां दे ओह बचन सफले होए। गोपाल चंद राजे दे नाल लड़ के हुसैन खान मारिया गया। इधर आनंदपुर साहब की धरती ते महाराज दे घर तीजा पुत्र प्राप्त होया। माता गुजरी साहब जी ਵਧਾਈਆਂ ਦਿੰਦੇ ਵਧਾਈਆਂ ਲੈਂਦੇ ਪੈ। ਬੇਅੰਤ ਮੰਗਤਿਆਂ ਨੂੰ ਲੋੜਵੰਦਾਂ ਨੂੰ ਧਨ ਤੇ ਵਸਤਰ ਵੰਡੇ ਗਏ। ਬੜੀਆਂ ਖੁਸ਼ੀਆਂ ਉਸ ਵੇਲੇ ਹੋ ਰਹੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਦੱਸਿਆ ਗਿਆ ਮਹਾਰਾਜ ਘਰ ਵਿੱਚ ਤੀਸਰਾ ਪੁੱਤਰ ਆਇਆ ਹੈ, ਆਪ ਜੀ ਨਾਮਕਰਨ ਕਰੋ। ਉਸ ਵੇਲੇ ਸਤਿਗੁਰੂ ਜਿਹੜੇ ਬਚਨ ਕਰਦੇ ਉਹ ਅੱਜ ਆਪਾਂ ਸਰਵਣ ਕਰਾਂਗੇ। आओ इतिहास नूं सरवण करिए, मिल के आखिए सतनाम श्री वाहिगुरु साहिब जी। श्री सतगुर तब नाम विचारा। सतगुरु पातशाह महाराज जी नूं दसिया महाराज घर विच तीसरा पुत्र प्राप्त होया, आप जी नामकरण करो। तो महाराज सुन के तो उस वेले फिर विचारते हैं रिप दल सकल दूर ही टारा। क्योंकि बैरी का दल इस वेले दूर ही टल गया। आनंदपुर साहब तक तो हुसैन खान पहुँच ही नहीं पाया, रस्ते में मर गया। बैरी का दल दूर ही रह गया, दूर ही रुक गया है। निकट ना आए अपर ही मारियो, ते नेड़े नहीं आए। दुश्मन का दल आनंदपुर साहब के नेड़े नहीं आया, पर ये दूर ही दुश्मन का नाश हो गया, दुश्मन मरिया है। जुझार सिंह नाम उचारे। इस तरह महाराज जी ने साहबजादे का नाम बाबा जोरावर सिंह रखिया। जोरावर ताकत का घर। ये साहबजादा ही इहो जिहा आया है जिस दे आउण करके दुश्मन साडे तक पहुँच ही नहीं सकिया, रस्ते में ही खत्म हो गया। महाराज ने पहला जंग लड़िया तो पुत्र प्राप्ति की खबर मिली तो महाराज कहन लगे साडा पुत्र अजीत होवेगा, ना जितया जान वाला। पहला जंग जिते तो ये खबर मिली है
ਇਹ ਦੂਜਾ ਜੰਗ ਮਹਾਰਾਜ ਜੀ ਨੇ ਲੜਿਆ ਨਦੌਣ ਦੀ ਧਰਤੀ ਤੇ। ਫਿਰ ਖਬਰ ਮਿਲੀ ਮਹਾਰਾਜ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ। ਮਹਾਰਾਜ ਕਹਿਣ ਲੱਗੇ ਜੂਝ ਕੇ ਜੰਗ ਦੇ ਵਿੱਚ ਇਹ ਜੰਗ ਜਿੱਤਿਆ, ਇਹਦਾ ਨਾਮ ਜੁਝਾਰ ਸਿੰਘ ਹੋਵੇਗਾ, ਜੂਝਣ ਵਾਲਾ। ਇਸ ਵੇਲੇ ਤੀਜਾ ਜੰਗ ਹੋ ਰਿਹਾ। ਹੁਸੈਨ ਖਾਨ ਰਸਤੇ ਵਿੱਚ ਹੀ ਮਾਰਿਆ ਗਿਆ ਦੁਸ਼ਮਣ ਦੇ ਨਾਲ ਲੜ ਕੇ। ਖਬਰਾਂ ਮਿਲੀਆਂ ਮਹਾਰਾਜ ਸਾਹਿਬਜ਼ਾਦਾ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਹੋਵੇਗਾ ਜੋਰਾਵਰ, ਤਾਕਤ ਵਾਲਾ, ਬਹਾਦਰੀ ਵਾਲਾ, ਜਿਹਦੇ ਆਉਣ ਕਰਕੇ ਦੁਸ਼ਮਣ ਰਸਤੇ 'ਚ ਹੀ ਮਰ ਗਿਆ। ਇਹ ਮਹਾਰਾਜ ਨੇ ਨਾਮ ਬਖਸ਼ਿਆ ਹੈ। ਸੁਨ ਪਰਿਵਾਰ ਆਨੰਦਿਤ ਹੋਵਾ। ਤੇ ਕਹਿਣ ਲੱਗੇ ਜਦੋਂ ਪਰਿਵਾਰ ਨੇ ਸੁਣਿਆ ਨਾ ਨਾਮ ਸਾਹਿਬਜ਼ਾਦੇ ਦਾ, ਸਾਰਾ ਪਰਿਵਾਰ ਬੜਾ ਖੁਸ਼ ਹੈ। ਤੀਨੋਂ ਗੁਰਨੰਦਨ ਕੋ ਜੋਵਾ। ਅਤੇ ਤਿੰਨੇ ਗੁਰੂ ਪਾਤਸ਼ਾਹ ਦੇ ਪੁੱਤਰ ਇਸ ਵੇਲੇ ਵਿਹੜੇ ਦੇ ਵਿੱਚ ਨੇ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ। ਤਿੰਨ ਸਾਹਿਬਜ਼ਾਦੇ ਮਹਾਰਾਜ ਦੇ ਘਰ ਦੇ ਵਿੱਚ, ਵਿਹੜੇ ਦੇ ਵਿੱਚ ਪ੍ਰਾਪਤ ਹਨ। ਵਿਚਰਹਿ ਅਜਰ ਵਿਖੇ ਹਰਖੰਤੇ। ਇਸ ਤਰ੍ਹਾਂ ਵਿਹੜੇ ਦੇ ਵਿੱਚ ਵੱਡੇ ਸਾਹਿਬਜ਼ਾਦੇ, ਛੋਟੇ ਤੇ ਉਸ ਤੋਂ ਛੋਟੇ, ਸਭ ਤੋਂ ਛੋਟੇ ਹਾਲੇ ਗੋਦੀ ਵਿੱਚ ਨੇ। ਵੱਡੇ ਜਿਹੜੇ ਨੇ ਵਿਹੜੇ ਵਿੱਚ ਦੌੜੇ ਫਿਰਦੇ ਹਨ। ਤਾਵਤ ਭੂਖਨ ਸ਼ਬਦ ਉਠੰਤੇ। ਤੇ ਕਹਿਣ ਲੱਗੇ ਵੀ ਕਈ ਤਰ੍ਹਾਂ ਦੇ ਗਹਿਣੇ ਜਿਹੜੇ ਨੇ ਉਹ ਗਲ ਵਿੱਚ ਪਾਏ ਹੋਏ ਛਣਕਦੇ ਸ਼ੋਭਾ ਪਾਉਂਦੇ ਹਨ। ਸ਼੍ਰੀ ਅਜੀਤ ਸਿੰਘ ਚੜ੍ਹੈ ਤੁਰੰਗਮ। ਤੇ ਬਾਬਾ ਅਜੀਤ ਸਿੰਘ ਜੀ ਇੰਨੇ ਕੁ ਵੱਡੇ ਹੋ ਗਏ ਨੇ ਵੀ ਘੋੜੇ ਦੇ ਉੱਪਰ ਇਸ ਵੇਲੇ ਸਵਾਰੀ ਕਰ ਸਕਦੇ। ਸੋ 5 ਸਾਲ ਵੱਡੇ ਲਿਖਿਆ ਕਈਆਂ ਵਿਦਵਾਨਾਂ ਨੇ ਵੀ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਤੋਂ 5 ਸਾਲ ਵੱਡੇ ਸਨ ਜਾਂ 4 ਸਾਲ ਵੱਡੇ ਸਨ। ਸੋ ਇਸ ਤਰ੍ਹਾਂ ਇੰਨੀ ਕੁ ਉਮਰ ਹੋ ਗਈ ਆ ਵੀ ਹੁਣ ਘੋੜੇ ਦੇ ਉੱਪਰ ਚੜ ਜਾਂਦੇ ਹਨ। ਸੇਵਕ ਹੋਏ ਸੰਭੂ ਤਵ ਸੰਗਮ। ਤੇ ਕਹਿਣ ਲੱਗੇ ਬੇਅੰਤ ਸੇਵਕ ਨਾਲ ਜਾਂਦੇ ਉਸ ਵੇਲੇ ਜਿਸ ਵੇਲੇ ਬਾਬਾ ਜੀ ਜਾਂਦੇ ਹਨ। ਤਿਮ ਜੋਰਾਵਰ ਸਿੰਘ ਮੁਖ ਸੁੰਦਰ। ਇਸ ਤਰ੍ਹਾਂ ਕਹਿਣ ਲੱਗੇ ਵੀ ਬਾਬਾ ਜੋਰਾਵਰ ਸਿੰਘ ਜੀਆਂ ਦਾ ਵੀ ਬੜਾ ਸੋਹਣਾ ਮੁਖ ਹੈ। ਵਿਚਰਤ ਬਾਹਰ ਅੰਦਰ ਮੰਦਰ। ਤੇ ਕਦੇ ਅੰਦਰ ਤੇ ਕਦੇ ਬਾਹਰ ਵਿਚਰਦੇ। ਭਾਈ ਸੰਤੋਖ ਸਿੰਘ ਜੀਆਂ ਨੇ ਜਿਹੜਾ ਗ੍ਰੰਥ ਲਿਖਿਆ ਨਾ 1900 ਈਸਵੀ ਦੇ ਵਿੱਚ ਲਿਖਿਆ। ਅੱਜ ਆਪਾਂ ਕਹਿ ਲਈਏ ਵੀ 122 ਸਾਲ ਦੇ ਲਾਗੇ ਬੰਨੇ ਸਮਾਂ ਹੋ ਗਿਆ। 1900 ਈਸਵੀ ਦੇ ਵਿੱਚ ਇਹ ਗ੍ਰੰਥ ਲਿਖਿਆ ਗਿਆ। ਤੇ ਭਾਈ ਸੰਤੋਖ ਸਿੰਘ ਜੀਆਂ ਨੇ ਵੱਡਾ ਸਾਹਿਬਜ਼ਾਦਾ ਲਿਖਿਆ ਬਾਬਾ ਅਜੀਤ ਸਿੰਘ ਤੇ ਛੋਟਾ ਲਿਖਿਆ ਜੋਰਾਵਰ ਸਿੰਘ। ਤੇ ਤੀਸਰੇ ਨੰਬਰ ਤੇ ਬਾਬਾ ਜੁਝਾਰ ਸਿੰਘ ਤੇ ਚੌਥੇ ਨੰਬਰ ਤੇ ਬਾਬਾ ਫਤਿਹ ਸਿੰਘ। ਇਹਨਾਂ ਨੇ ਇਸ ਤਰ੍ਹਾਂ ਲਿਖਿਆ। ਹੋਰ ਵੀ ਵਿਦਵਾਨਾਂ ਦੀ ਆਪਣੀ ਆਪਣੀ ਰਾਏ ਹੈ। ਇੱਕ ਦੋ ਵਿਦਵਾਨਾਂ ਦੀ ਹੋਰ ਵੀ ਇਹ ਰਾਏ ਆ ਵੀ ਦੂਜੇ ਨੰਬਰ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਨਹੀਂ ਜੋਰਾਵਰ ਸਿੰਘ ਸਨ ਤੇ ਜੁਝਾਰ ਸਿੰਘ ਤੀਜੇ ਨੰਬਰ ਦੇ ਸਨ ਤੇ ਬਾਬਾ ਫਤਿਹ ਸਿੰਘ ਜੀ ਚੌਥੇ ਨੰਬਰ। ਤੇ ਕਈਆਂ ਵਿਦਵਾਨਾਂ ਨੇ ਇਹ ਲਿਖਿਆ ਵੀ ਬਾਬਾ ਅਜੀਤ ਸਿੰਘ ਸਭ ਤੋਂ ਛੋਟੇ ਸਨ, ਬਾਬਾ ਫਤਿਹ ਸਿੰਘ ਤੋਂ ਵੱਖਰੀ ਵੱਖਰੀ ਰਾਏ ਹੈ, ਵਿਚਾਰ ਹੈ। ਤੇ ਕਈਆਂ ਵਿਦਵਾਨਾਂ ਨੇ ਇਹ ਲਿਖਿਆ ਵੀ ਮਹਾਰਾਜ ਦੇ ਸਾਹਿਬਜ਼ਾਦੇ ਹੀ 3 ਸਨ। ਬਾਬਾ ਜੁਝਾਰ ਸਿੰਘ ਤੇ ਜੋਰਾਵਰ ਸਿੰਘ ਇੱਕ ਹੀ ਸਾਹਿਬਜ਼ਾਦੇ ਦੇ 2 ਨਾਮ ਸਨ। ਪਰ ਇਹ ਗੱਲ ਬਹੁਤੀ ਸਿੱਧ ਤਾਂ ਨਹੀਂ ਹੁੰਦੀ ਜਦੋਂ ਮਹਾਰਾਜ ਨੇ 10ਵੇਂ ਗੁਰੂ ਨੇ ਜਫਰਨਾਮਾ ਲਿਖਿਆ ਨਾ ਔਰੰਗਜ਼ੇਬ ਬਾਦਸ਼ਾਹ। ਤੇ ਜਫਰਨਾਮੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਵੀ ਤੂੰ ਸਾਡੇ 4 ਸਾਹਿਬਜ਼ਾਦੇ ਸ਼ਹੀਦ ਕਰਵਾਏ ਨੇ। ਫਿਰ ਜਿਹੜੀ 3 ਵਾਲੀ ਤਰਕ ਹੈ ਨਾ ਉੱਥੇ ਖਤਮ ਹੋ ਜਾਂਦੀ ਹੈ। ਐਨ 4। ਸੋ ਇਸ ਤਰ੍ਹਾਂ ਇਹਨਾਂ ਸਾਹਿਬਜ਼ਾਦਿਆਂ ਦੇ ਨਾਮ ਜਿਹੜੇ ਨੇ ਉੱਪਰ ਥੱਲੇ ਵਿਦਵਾਨਾਂ ਦੀ ਆਪਣੀ ਆਪਣੀ ਰਾਏ ਹੈ। ਪਰ ਜੇ ਆਪਾਂ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਪੜ੍ਹੀਏ, ਸਰਹੰਦ ਦਾ ਇਤਿਹਾਸ ਪੜ੍ਹੀਏ ਤੇ ਪੁਰਾਤਨ ਗ੍ਰੰਥਾਂ ਨੂੰ ਪੜ੍ਹੀਏ ਤੇ ਬਹੁਤੇ ਵਿਦਵਾਨ ਇੱਥੇ ਆ ਕੇ ਸਹਿਮਤ ਹੁੰਦੇ ਨੇ। ਬਾਬਾ ਅਜੀਤ ਸਿੰਘ ਜੀ ਵੱਡੇ ਨੇ, ਬਾਬਾ ਜੁਝਾਰ ਸਿੰਘ ਜੀ ਛੋਟੇ ਨੇ, ਬਾਬਾ ਜੋਰਾਵਰ ਸਿੰਘ ਉਸ ਤੋਂ ਛੋਟੇ ਨੇ, ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਨੇ। ਅੱਜ ਸਿੱਖ ਪੰਥ ਵਿੱਚ ਇਸੇ ਤਰ੍ਹਾਂ ਹੀ ਮੰਨਿਆ ਜਾਂਦਾ ਹੈ। ਇਹੋ ਹੀ ਲੜੀ ਹੈ ਸਾਹਿਬਜ਼ਾਦਿਆਂ ਦੀ, ਵੱਡਾ ਕਿਹੜਾ ਤੇ ਛੋਟਾ ਕਿਹੜਾ ਹੈ। ਸੋ ਗੁਰਮੁਖੋ ਬਾਬਾ ਜੁਝਾਰ ਸਿੰਘ ਜੀ ਦੂਜੇ ਨੰਬਰ ਦੇ ਨੇ, ਬਾਬਾ ਜੋਰਾਵਰ ਸਿੰਘ ਜੀ ਤੀਜੇ ਨੰਬਰ ਦੇ। ਇਸ ਤਰ੍ਹਾਂ ਮਹਾਰਾਜ ਦੇ ਇਸ ਪੁੱਤਰ ਹਨ। ਬਹੁਤ ਜੋਰਾਵਰ ਸਿੰਘ ਕੋ ਦੁਲਰਾਵੇ। ਤੇ ਕਹਿਣ ਲੱਗੇ ਵੀ ਮਾਤਾ ਸਾਹਿਬ ਜੀ ਜੋਰਾਵਰ ਸਿੰਘ ਜਿਹੜੇ ਝੋਲੀ ਵਿੱਚ ਨੇ ਉਹਨਾਂ ਨੂੰ ਮਾਤਾ ਜੀ ਬੜਾ ਲਾਡ ਲੜਾਉਂਦੇ ਹਨ। ਦਾਈ ਦਾਇਆ ਅੰਕ ਉਠਾਵੇ। ਤੇ ਕਹਿਣ ਲੱਗੇ ਦਾਈਆਂ ਤੇ ਦਾਏ
ਦਾਏ ਜਿਹੜੇ ਖੜਾਉਣ ਵਾਲੇ, ਦਾਈਆਂ ਜਿਹੜੀਆਂ ਪ੍ਰਸ਼ਾਦਾ ਭੋਜਨ ਛਕਾਉਣ ਵਾਲੀਆਂ, ਉਹ ਸੇਵਾ ਵਿੱਚ ਲੱਗੀਆਂ ਹਨ। ਅਨਕ ਬਰਨ ਕੇ ਬਸਨ ਬਣਾਵਤ। ਅਨੇਕ ਤਰ੍ਹਾਂ ਦੇ ਭੋਜਨ ਬਣਾਏ ਜਾਂਦੇ, ਜਿਹੜੀਆਂ ਇਹ ਬਣਾਉਣ ਵਾਲੇ, ਖਾਣਾ ਭੋਜਨ ਬਣਾਉਣ ਵਾਲੇ ਨੇ ਨਾ, ਕਈ ਤਰ੍ਹਾਂ ਦਾ ਭੋਜਨ ਬਣਾ ਕੇ ਸਾਹਿਬਜ਼ਾਦਿਆਂ ਨੂੰ ਛਕਾਇਆ ਜਾਂਦਾ ਹੈ। ਗੋਟਾ ਦਮਕਤ ਦੁੱਤ ਚਿਤ ਭਾਵਤ। ਤੇ ਬੜੇ ਸੋਹਣੇ ਬਸਤਰ ਬਣਾ ਕੇ, ਜਿਨ੍ਹਾਂ ਉੱਪਰ ਸੋਹਣੇ ਸੋਹਣੇ ਗੋਟੇ ਲੱਗੇ ਨੇ, ਸੋਹਣੀਆਂ ਸੋਹਣੀਆਂ ਇਸੇ ਤਰ੍ਹਾਂ ਕਣੀਆਂ ਲੱਗੀਆਂ ਹੋਈਆਂ, ਮਣੀਆਂ ਲੱਗੀਆਂ ਹੋਈਆਂ, ਸਿਤਾਰੇ ਲੱਗੇ ਹੋਏ, ਇਸ ਤਰ੍ਹਾਂ ਦੇ ਉਹਨਾਂ ਬਸਤਰਾਂ ਨੂੰ ਲਾਏ ਜਾਂਦੇ ਹਨ। ਤੀਨੋਂ ਕੇ ਸਰੀਰ ਬਿਰਧੰਤੇ। ਤਿੰਨਾਂ ਸਾਹਿਬਜ਼ਾਦਿਆਂ ਦੇ ਸਰੀਰ ਦਿਨ ਪ੍ਰਤੀ ਦਿਨ ਵੱਧਦੇ ਹਨ। ਜਨ ਤ੍ਰੈ ਵਿਦ ਪਾਵਕ ਲਿਖਯੰਤੇ। ਮੰਨ ਲਓ ਵੀ ਇਹ ਤਿੰਨ ਤਰ੍ਹਾਂ ਦੀ ਜਿਹੜੀ, ਸੋ ਕਹਿ ਲਈਏ ਵੀ ਅਗਨੀਆਂ ਹਨ, ਤਿੰਨ ਤਰ੍ਹਾਂ ਦੀਆਂ ਅੱਗਾਂ ਹੀ ਹਨ ਇਹ ਜਿਹੜੇ ਤਿੰਨ ਸਾਹਿਬਜ਼ਾਦੇ ਹਨ। ਤੁਰਕ ਤਰੁਣ ਕੀ ਜਰ ਕੋ ਜਾਰਨ। ਇਹ ਜਿਹੜੇ ਤੁਰਕ ਨੇ ਨਾ, ਮੁਗਲ, ਕਹਿਣ ਲੱਗੇ ਮੁਗਲ ਰੂਪੀ ਬ੍ਰਿਸ਼ ਨੂੰ ਇਹ ਸਾੜਨ ਵਾਲੇ, ਜਿਵੇਂ ਅੱਗ ਬਲੇ ਤੇ ਰੁੱਖ ਸੜ ਜਾਂਦਾ ਨਾ, ਅੱਗ ਦੇ ਸੇਕ ਨਾਲ ਰੁੱਖ ਸੜ ਜਾਂਦਾ, ਮੁਗਲਾਂ ਦਾ ਰਾਜ ਤੇ ਕਹਿਣ ਲੱਗੇ ਰੁੱਖ ਵਰਗਾ ਹੈ। ਸਤਿਗੁਰਾਂ ਦੇ ਸਾਹਿਬਜ਼ਾਦੇ ਅੱਗ ਵਰਗੇ ਨੇ, ਮੁਗਲਾਂ ਦੇ ਰਾਜ ਰੂਪੀ ਰੁੱਖ ਨੂੰ ਸਾੜ ਕੇ ਸੁਆਹ ਕਰ ਦੇਣਗੇ। ਇਹ ਐਸੇ ਸਾਹਿਬਜ਼ਾਦੇ ਹਨ। ਨਿਜ ਸਿੱਖਨ ਕੇ ਸੁਖ ਕੋ ਕਾਰਨ। ਆਪਣੇ ਸਿੱਖਾਂ ਦੇ ਸੁਖ ਦੇਣ ਵਾਸਤੇ ਮਹਾਰਾਜ ਨੇ ਜਿਹੜੇ ਸਾਹਿਬਜ਼ਾਦੇ ਪੈਦਾ ਕੀਤੇ ਨਾ ਗੁਰਮੁਖੋ, ਇਹ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਸਤੇ ਇਹਨਾਂ ਨੂੰ ਕੁਰਬਾਨ ਕਰਨਾ ਮਹਾਰਾਜ ਨੇ ਧਰਮ ਤੋਂ, ਇਹ ਕੁਰਬਾਨੀ ਦੇਣ ਵਾਸਤੇ ਮਹਾਰਾਜ ਨੇ ਪੈਦਾ ਕੀਤੇ ਹਨ। ਜੋਧਾ ਬਲੀ ਹੋਏਗੇ ਰਨ ਮੈਂ। ਇਹ ਬੜੇ ਵੱਡੇ ਯੋਧੇ ਹੋਣਗੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ। ਰਣ ਮੈਦਾਨ ਦੇ ਵਿੱਚ ਕਿਸੇ ਕੋਲੋਂ ਪਕੜੇ ਨਹੀਂ ਜਾਣਗੇ, ਐਸੇ ਵੱਡੇ ਬਹਾਦਰ ਹਨ। ਪ੍ਰਾਨ ਤਜਨ ਲਓ ਧੀਰਜ ਮਨ ਮੈਂ। ਇਹਨਾਂ ਦੇ ਅੰਦਰ ਇੰਨਾ ਧੀਰਜ ਹੋਵੇਗਾ, ਪ੍ਰਾਣ ਤੇ ਦੇ ਦੇਣਗੇ, ਸੀਸ ਤੇ ਆਪਣਾ ਕਟਾ ਲੈਣਗੇ, ਬਹਾਦਰੀ ਤੇ ਕਰ ਦੇਣਗੇ, ਬਲੀ ਤੇ ਦੇ ਦੇਣਗੇ, ਪਰ ਧੀਰਜ ਨਹੀਂ ਛੱਡਣਗੇ, ਹੌਸਲਾ ਨਹੀਂ ਟੁੱਟੇਗਾ, ਐਸੇ ਬਹਾਦਰ ਹੋਣਗੇ। ਗੁਰਨੰਦਨ ਅਬ ਬੰਧਨ ਜੋਗ। ਗੁਰੂ ਪਾਤਸ਼ਾਹ ਦੇ ਪੁੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਗੁਰਮੁਖੋ ਮੱਥਾ ਟੇਕਣ ਦੇ ਯੋਗ ਨੇ, ਨਮਸਕਾਰ ਕਰਨ ਦੇ ਯੋਗ ਨੇ, ਐਸਾ ਉਹਨਾਂ ਦਾ ਜੀਵਨ ਹੈ। ਸਿੱਖ ਪਰਿਵਾਰ ਆਦ ਸਭ ਲੋਕ। ਗੁਰੂ ਕੀਆਂ ਸੰਗਤਾਂ ਆਉਂਦੀਆਂ, ਸਿੱਖ ਵੀ ਆਉਂਦੇ, ਆ ਕੇ ਮੱਥਾ ਟੇਕਦੇ, ਨਮਸਕਾਰ ਕਰਦੇ ਹਨ। ਸ਼੍ਰੀ ਗੁਜਰੀ ਕੋ ਅਦਕ ਸਨੇਹੂ। ਮਾਤਾ ਗੁਜਰੀ ਸਾਹਿਬ ਜੀ ਬੜਾ ਸਨੇਹ ਕਰਦੇ, ਲਾਡ ਕਰਦੇ, ਪ੍ਰੇਮ ਕਰਦੇ ਹਨ। ਪ੍ਰਤੀਪਾਰਨ ਪੌਤਰਾਨ ਅਸ਼ੇਹੂ। ਆਪਣੇ ਪੋਤਰਿਆਂ ਨੂੰ ਪਾਲਦੇ ਨੇ ਨਿਰੰਤਰ, ਲਗਾਤਾਰ। ਮਾਤਾ ਗੁਜਰੀ ਜੀ ਆਪਣੇ ਤਿੰਨਾਂ ਪੋਤਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਭੋਜਨ ਛਕਾਉਂਦੇ, ਸੋਹਣੇ ਬਸਤਰ ਪਵਾਉਂਦੇ ਤੇ ਚੰਗੀ ਤਰ੍ਹਾਂ ਪਾਲਣਾ ਕਰਦੇ ਹਨ। ਕਰ ਇਕੱਠੇ ਨਿਜ ਨਿਕਟ ਬਿਠਾਵੇਂ। ਮਾਤਾ ਸਾਹਿਬ ਜੀ ਤਿੰਨਾਂ ਸਾਹਿਬਜ਼ਾਦਿਆਂ ਨੂੰ ਕੋਲ ਬਿਠਾ ਲੈਂਦੇ, ਕੋਲ ਬਿਠਾ ਕੇ ਤੇ ਫਿਰ ਉਸ ਵੇਲੇ ਪਰਚਾਵਤ ਭੋਜਨ ਅਚਵਾਵੇਂ। ਮਾਤਾ ਜੀ ਨਾਲੇ ਤੇ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੇ, ਇਤਿਹਾਸ ਸੁਣਾਉਂਦੇ, ਨਾਲੇ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ, ਨਾਲ ਨਾਲ ਇਹਨਾਂ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਉਂਦੇ ਨੇ। ਮਾਤਾ ਸਾਹਿਬ, ਮਾਤਾ ਗੁਜਰੀ ਜੀ ਤਿੰਨੇ ਸਾਹਿਬਜ਼ਾਦੇ ਕੋਲ ਬਿਠਾ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਪਾਲਣਾ ਕਰਦੇ ਹਨ। ਦੋਹਰਾ ਸ਼੍ਰੀ ਕਲਗੀਧਰ ਆਨੰਦਪੁਰ ਬਿਲਸਤ ਬਹੁਤ ਬਿਲਾਸ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਈ ਤਰ੍ਹਾਂ ਦੇ ਆਨੰਦ ਦੇ ਕੌਤਕ ਕਰਦੇ ਹਨ। ਜਿਤ ਕਿਤ ਤੇ ਬਹੁ ਗੁਣੀ ਨਰ ਸੁਨ ਜਸ ਆਵਤ ਪਾਸ। ਜਿੱਧਰ ਕਿੱਧਰ ਕਿਸੇ ਨੂੰ ਪਤਾ ਲੱਗਦਾ ਨਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਣੀ ਪੁਰਸ਼ਾਂ ਦੀ ਬੜੀ ਕਦਰ ਕਰਦੇ, ਤੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਉਸ ਵੇਲੇ ਆਉਂਦੀਆਂ, ਜਾਂ ਗੁਣੀ ਵਿਅਕਤੀ ਜਿਹੜੇ ਸਨ, ਵੱਡੇ ਵੱਡੇ ਕਵੀ, ਕਵਿਤਾ ਲਿਖਣ ਵਾਲੇ, ਗਿਆਨ ਰੱਖਣ ਵਾਲੇ ਵਿਦਵਾਨ ਲੋਕ, ਮਹਾਰਾਜ ਵਿਦਵਾਨਾਂ ਦੀ ਕਦਰ ਕਰਦੇ ਨੇ, ਇਸ ਕਰਕੇ ਬੇਅੰਤ ਵਿਦਵਾਨ ਮਹਾਰਾਜ ਦੇ ਕੋਲ ਪਹੁੰਚਦੇ ਹਨ। ਚੌਪਈ ਚੌਕੁੰਟਨ ਤੇ ਦੂਰ ਕੇ ਨੇਰੇ। ਚਾਰ ਦਿਸ਼ਾਵਾਂ ਨੇ, ਉੱਤਰ, ਦੱਖਣ ਤੇ ਪੂਰਬ ਪੱਛਮ। ਚਾਰਾਂ ਦਿਸ਼ਾਵਾਂ ਤੋਂ ਕੋਈ ਦੂਰ ਹੈ ਤੇ ਕੋਈ ਨੇੜੇ ਹੈ, ਭਾਵੇਂ ਕੋਈ ਦੂਰ ਵਾਲਾ, ਭਾਵੇਂ ਕੋਈ ਨੇੜੇ ਵਾਲਾ ਹੈ। ਜਿਹਨੂੰ ਪਤਾ ਲੱਗਦਾ ਵੀ ਮਹਾਰਾਜ ਵਿਦਵਾਨਾਂ ਦੀ ਕਦਰ ਕਰਦੇ ਨੇ, ਉਹੀ ਵਿਅਕਤੀ ਮਹਾਰਾਜ ਦੇ ਕੋਲ ਪਹੁੰਚਦਾ ਹੋਏ ਕਿਸੂ ਗੁਣ ਵਿਖੇ ਵਡੇਰੇ। ਤੇ ਕਹਿਣ ਲੱਗੇ ਜਿਹਦੇ ਵਿੱਚ ਵੱਡਾ ਗੁਣ ਹੋਵੇ, ਉਹਨੂੰ ਪਤਾ ਲੱਗ ਜਾਵੇ ਨਾ ਵੀ ਗੁਰੂ ਪਾਤਸ਼ਾਹ ਗੁਣੀ ਬੰਦਿਆਂ ਦੀ ਕਦਰ ਕਰਦੇ, ਤੇ ਜਿਹਦੇ ਕੋਲ ਕੋਈ ਚੰਗਾ ਗੁਣ ਹੈ, ਮਹਾਰਾਜ ਦੀ ਸ਼ੋਭਾ ਸੁਣ ਕੇ ਆਉਂਦੇ ਹਨ। ਇੱਕ ਤਾਂ ਦਰਵ ਲਾਲਸਾ ਧਰੈ। ਇੱਕ ਤੇ ਮਹਾਰਾਜ ਕੋਲੋਂ ਗੁਰਮੁਖੋ ਮਾਇਆ ਬੜੀ ਮਿਲਦੀ ਸੀ। ਮਹਾਰਾਜ ਨਾ ਵਿਦਵਾਨ ਬੰਦੇ ਦੀ ਕਦਰ ਬਹੁਤ ਕਰਦੇ ਸਨ,
ਤੇ ਮੂੰਹੋਂ ਮੰਗਣ ਤੋਂ ਵੱਧ ਮਾਇਆ ਦਿੰਦੇ ਸਨ। ਮੰਨ ਲਓ ਵੀ ਕਿਸੇ ਨੇ 10 ਦਮੜੇ ਮੰਗੇ ਨੇ ਤੇ 15 ਜਾਂ 20 ਮਿਲਣਗੇ। ਮਹਾਰਾਜ ਮਾਇਆ ਬਹੁਤ ਦਿੰਦੇ ਸਨ ਜਿਹੜੇ ਵਿਦਵਾਨ ਕਵੀ ਕੋਲ ਰੱਖਦੇ। ਜਿਵੇਂ ਜਿਵੇਂ ਵਿਦਵਾਨਾਂ ਨੂੰ ਪਤਾ ਲੱਗਦਾ ਵੀ ਮਹਾਰਾਜ ਮਾਇਆ ਬੜੀ ਦਿੰਦੇ ਨੇ ਤੇ ਉਹ ਮਾਇਆ ਦੀ ਲਾਲਸਾ ਲੈ ਕੇ ਬੜੇ ਲੋਕ ਮਹਾਰਾਜ ਕੋਲ ਆਉਂਦੇ ਹਨ। ਦੁਤੀਏ ਗੁਰਦਰਸ਼ਨ ਮੁੱਦ ਧਰੈ। ਤੇ ਗੁਰਮੁਖੋ ਗੱਲਾਂ ਦੋ ਨੇ, ਇੱਕ ਤੇ ਮਾਇਆ ਮਿਲੇਗੀ ਤੇ ਦੂਜਾ ਮਹਾਰਾਜ ਦੇ ਦਰਸ਼ਨ ਕਰਾਂਗੇ। ਦਰਸ਼ਨ ਕਰਕੇ ਆਪਣੇ ਆਪ ਨੂੰ ਸਫਲਾ ਕਰਾਂਗੇ, ਮਾਇਆ ਨਾਲ ਪਰਿਵਾਰ ਦਾ ਗੁਜ਼ਾਰਾ ਚੱਲੇਗਾ। ਬੜੇ ਮੁੱਦਤ ਹੋ ਕੇ, ਬੜੇ ਖੁਸ਼ ਹੋ ਕੇ ਵਿਦਵਾਨ ਜਿਹੜੇ ਨੇ, ਗੁਣੀ ਲੋਕ ਜਿਹੜੇ ਮਹਾਰਾਜ ਦੇ ਕੋਲ ਪਹੁੰਚਦੇ ਹਨ। ਆਵੇਂ ਸੌਜ ਪਸਾਰੈ ਜਸ ਕੋ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਕੋਲ ਆਉਂਦੇ ਨੇ ਸਾਜੋ ਸਮਾਨ ਦੇ ਸਮੇਤ ਤੇ ਮਹਾਰਾਜ ਦਾ ਜਸ ਕਰਦੇ ਹਨ। ਤਿਉ ਤਿਉ ਆਏ ਸੁਨਾਵੇਂ ਰਸ ਕੋ। ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀਆਂ ਦੇ ਕੋਲੋਂ ਧਨ ਮਿਲਦਾ ਉਵੇਂ ਉਵੇਂ ਕਵਿਤਾ ਰਚ ਕੇ, ਲਿਖ ਕੇ, ਬਣਾ ਕੇ ਬੜੀ ਭਾਵਨਾ ਦੇ ਨਾਲ ਸੁਣਾਉਂਦੇ ਹਨ। ਪੂਰਬ ਦਛਨ ਪੱਛਮ ਉੱਤਰ। ਭਾਵੇਂ ਪੂਰਬ ਦੀ ਦਿਸ਼ਾ ਹੈ, ਭਾਵੇਂ ਦੱਖਣ ਦੀ ਦਿਸ਼ਾ ਹੈ, ਭਾਵੇਂ ਪੱਛਮ ਦੀ ਦਿਸ਼ਾ ਹੈ, ਸਾਰੀਆਂ ਦਿਸ਼ਾਵਾਂ ਦੇ ਵਿੱਚੋਂ ਇਹ ਜਿਹੜੇ ਮਹਾਰਾਜ ਦੇ ਸਿੱਖ ਸੇਵਕ ਪਹੁੰਚਦੇ ਹਨ। ਪੰਡਤ ਕਰਤ ਪ੍ਰਸ਼ਨ ਦੈ ਉੱਤਰ। ਵੱਡੇ ਵੱਡੇ ਪੰਡਤ ਵਿਦਵਾਨ ਜਿਹੜੇ ਨੇ ਆਉਂਦੇ ਮਹਾਰਾਜ ਦੇ ਕੋਲ, ਮਹਾਰਾਜ ਫਲਾਣਾ ਸ਼ਾਸਤਰ ਪੜ੍ਹਿਆ, ਫਲਾਣਾ ਗ੍ਰੰਥ ਪੜ੍ਹਿਆ, ਪਰ ਇਹਦਾ ਮਾਇਨਾ ਨਹੀਂ ਸਾਨੂੰ ਸਮਝ ਲੱਗਾ, ਇਹਦਾ ਅਰਥ ਦਾ ਪਤਾ ਨਹੀਂ ਲੱਗਾ, ਇਹਦਾ ਭਾਵ ਕੀ ਹੈ, ਇਹ ਮਹਾਰਾਜ ਗੁੰਝਲ ਇਹ ਸਾਡੇ ਕੋਲੋਂ ਨਿਕਲੀ ਨਹੀਂ ਹੈ। ਤੇ ਜਦੋਂ ਪੰਡਤ ਆ ਕੇ ਮਹਾਰਾਜ ਨੂੰ ਸਵਾਲ ਕਰਦੇ ਤੇ ਮਹਾਰਾਜ ਫਿਰ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਹਨ। ਕਵਿਤਾ ਕਾਵੇ ਬਨਾਵੇ ਜੋਈ। ਤੇ ਕਵੀ ਲੋਕ ਆ ਕੇ ਮਹਾਰਾਜ ਕੋਲ ਕਵਿਤਾ ਬਣਾਉਂਦੇ ਨੇ ਤੇ ਕਵਿਤਾ ਬਣਾ ਬਣਾ ਕੇ ਸੁਣਾਉਂਦੇ ਹਨ। ਨਵ ਰਸ ਸਹਿਤ ਵਿਭੂਖਨ ਕੋਈ। ਤੇ ਗੁਰਮੁਖੋ ਇਹ 9 ਰਸਾਂ ਦੇ ਸਮੇਤ ਇਹ ਫੱਬੀ ਹੋਈ ਜਿਹੜੀ ਹੈ ਕਵਿਤਾ ਸੁਣਾਉਂਦਾ। ਕਵਿਤਾ ਜਿਹੜੀ ਹੈ ਨਾ ਵਿਦਵਾਨਾਂ ਦੀ, ਉਹਦੇ ਵਿੱਚ 9 ਰਸ ਹੁੰਦੇ। ਆਪਾਂ ਕਈ ਵਾਰੀ ਇਹ ਵਿਚਾਰ, ਇਹ ਬਚਨ ਸਰਵਣ ਕੀਤਾ, ਕਈ ਵਾਰੀ ਸਾਡੇ ਮਨ ਵਿੱਚ ਸ਼ੰਕਾ ਆ ਜਾਂਦਾ, ਸਵਾਲ ਆ ਜਾਂਦਾ ਹੈ ਵੀ ਇਹ ਜੋ ਪ੍ਰਸੰਗ ਅਸੀਂ ਸੁਣਦੇ ਪਏ ਹਾਂ ਇਹਦੇ ਵਿੱਚ ਇਸ ਗੱਲ ਦਾ ਜ਼ਿਆਦਾ ਵਰਣਨ ਕੀਤਾ ਗਿਆ। ਮੰਨ ਲਓ ਜੇ ਵਿਆਹ ਦੀ ਕਥਾ ਚੱਲਦੀ ਪਈ ਹੈ ਤੇ ਉਹਦੇ ਵਿੱਚ ਵਰਣਨ ਕਰਨਾ ਪਵੇਗਾ ਨਾ ਵੀ ਕਿਸ ਤਰ੍ਹਾਂ ਦੇ ਸ਼ੱਕਰਪਾਰੇ ਬਣੇ, ਲੱਡੂ ਕਿਸ ਤਰ੍ਹਾਂ ਦੇ ਬਣੇ, ਬਣਾਏ ਕਿਵੇਂ, ਜਲੇਬ ਕਿਵੇਂ ਬਣ ਗਏ, ਥਾਲੀਆਂ ਕਿਵੇਂ ਪਰੋਸੀਆਂ ਗਈਆਂ, ਛਕਣ ਵਾਲੇ ਕਿਵੇਂ ਛਕਦੇ ਪਏ, ਉਹ ਸਾਰਾ ਕੁਝ ਉਸ ਚਿੱਤਰ ਦਾ ਵਰਣਨ ਕਰਨਾ ਪਵੇਗਾ। ਇਹ ਰਸ ਹੈ, ਇਹਨੂੰ ਕਿਹਾ ਜਾਂਦਾ ਸ਼ਿੰਗਾਰ ਰਸ, ਪੂਰੇ ਦਾ ਪੂਰਾ ਉਹ ਸਮਾਂ ਬਿਆਨ ਕਰਨਾ। ਤੇ ਜੇ ਕਥਾ ਚੱਲਦੀ ਪਈ ਹੈ ਲੜਾਈ ਦੀ, ਜੰਗ ਦੀ, ਤੇ ਫਿਰ ਉਹਦੇ ਵਿੱਚ ਵਰਣਨ ਕਰਨਾ ਪਵੇਗਾ ਵੀ ਘੋੜੇ ਕਿਵੇਂ ਭੱਜਦੇ ਨੇ, ਸੂਰਮੇ ਕਿਵੇਂ ਬੈਠਦੇ ਨੇ, ਤਲਵਾਰ ਕਿਵੇਂ ਚੱਲਦੀ ਹੈ, ਤੀਰ ਕਿਵੇਂ ਚੱਲਦਾ ਹੈ, ਬੰਦੂਕ ਕਿਵੇਂ ਚੱਲਦੀ ਹੈ, ਕਿਹੜਾ ਭੱਜਦਾ, ਕਿਹੜਾ ਲੁਕਦਾ, ਕਿਹੜਾ ਦੌੜਦਾ, ਇਹ ਸਾਰੀ ਗੱਲ ਦਾ ਵਰਣਨ ਕਰਨਾ ਪਵੇਗਾ, ਰਸ ਬੰਨ੍ਹਣਾ ਪਵੇਗਾ। ਤੇ ਜੇ ਕਿਸੇ ਦੇ ਸਰੀਰ ਦੀ ਸੁੰਦਰਤਾਈ ਦੀ ਗੱਲ ਹੋ ਰਹੀ ਹੈ ਤੇ ਸਰੀਰ ਦੀ ਸੁੰਦਰਤਾ ਹੀ ਵਰਣਨ ਕਰਨ ਲੱਗਿਆਂ ਦੱਸਣਾ ਪਵੇਗਾ, ਉਹਦੇ ਸਰੀਰ ਦੀ ਬਣਤਰ ਬਾਰੇ, ਉਹਦੇ ਰੰਗ ਬਾਰੇ, ਉਹਦੇ ਅੰਗਾਂ ਬਾਰੇ, ਉਹਦੇ ਬੋਲ ਚਾਲ ਬਾਰੇ ਸਭ ਕੁਝ ਵਰਣਨ ਕਰਨਾ ਹੋਵੇਗਾ, ਤਾਂ ਪਤਾ ਲੱਗੇਗਾ ਵੀ ਇਹ ਸਰੀਰ ਦੀ ਗੱਲ, ਇੱਥੇ ਸਰੂਪ ਦੀ, ਰੂਪ ਦੀ ਗੱਲ ਹੋ ਰਹੀ ਹੈ। ਇਸ ਤਰ੍ਹਾਂ ਇਹ ਕਵੀ ਲੋਕ ਜਿਹੜੇ ਨੇ ਨਾ, ਇਹ ਉਹਨਾਂ ਦੀ ਦੁਨੀਆ ਹੈ। ਤੇ ਕਵੀ ਲੋਕਾਂ ਦੀ ਦੁਨੀਆ ਵਿੱਚ ਜਿਹੜੀ ਕਵਿਤਾ ਵਿੱਚ 9 ਰਸ ਹੋਣ ਉਹ ਕਵਿਤਾ ਪੂਰੀ ਮੰਨੀ ਜਾਂਦੀ ਹੈ। ਜਿਹੜੀ ਕਵਿਤਾ ਵਿੱਚ ਰਸ ਨਾ ਹੋਵੇ, ਜਿਹੜੀ ਗੱਲ ਦਾ ਵਰਣਨ ਕਰਦਾ ਪਿਆ ਕਵੀ, ਜੇ ਉਹ ਵਰਣਨ ਨਾ ਕਰ ਪਾਏ ਪੂਰੀ ਤਰ੍ਹਾਂ, ਉਸ ਕਵਿਤਾ ਨੂੰ ਅਧੂਰਾ ਮੰਨਿਆ ਜਾਂਦਾ, ਲੰਗੜਾ ਮੰਨਿਆ ਜਾਂਦਾ, ਅਪਾਹਜ ਮੰਨਿਆ ਜਾਂਦਾ। ਕਵੀ ਲੋਕ ਉਹਨੂੰ ਪ੍ਰਵਾਨ ਨਹੀਂ ਕਰਦੇ। ਮਹਾਰਾਜ ਦੇ ਕੋਲ ਜਿਹੜੇ ਵਿਦਵਾਨ ਆਉਂਦੇ ਨੇ 9 ਰਸਾਂ ਦੀ ਕਵਿਤਾ ਲਿਖ ਕੇ ਸੁਣਾਉਂਦੇ ਹਨ। ਸੋ ਆਏ ਚਲ ਸਤਿਗੁਰ ਦੁਆਰੇ। ਸਤਿਗੁਰਾਂ ਦੇ ਦਰਵਾਜ਼ੇ ਤੇ ਚੱਲ ਕੇ ਆਉਂਦੇ ਹਨ। ਰੁਚਿਤ ਕਵਿਤ ਬਣਾਏ ਉਚਾਰੇ। ਬੜੀਆਂ ਬੜੀਆਂ ਸੋਹਣੀਆਂ ਕਵਿਤਾ ਬਣਾ ਬਣਾ ਕੇ, ਸ਼ਾਂਦਾਬੰਦੀ ਬਣਾ ਬਣਾ ਕੇ ਮਹਾਰਾਜ ਨੂੰ ਸੁਣਾਉਂਦੇ ਹਨ। ਸੁਣ ਪ੍ਰਸੰਨ ਹੋਵੈ ਦੈ ਧਨ ਰਾਸ। ਮਹਾਰਾਜ ਸੁਣ ਕੇ ਬੜੇ ਖੁਸ਼ ਹੁੰਦੇ ਕਵਿਤਾ। ਜਦੋਂ ਕਵਿਤਾ ਕਿਸੇ ਦੀ ਸੋਹਣੀ ਸੁਣਦੇ ਨਾ ਤੇ ਮਹਾਰਾਜ ਖੁਸ਼ ਹੋ ਕੇ ਮੂੰਹ ਮੰਗੀ ਮਾਇਆ ਧਨ ਬੇਅੰਤ ਮਹਾਰਾਜ ਅਰਪਣ ਕਰਦੇ ਹਨ। ਸਾਦਰ ਨਿਤ ਰਾਖਤ ਗੁਰਪਾਸ। ਉਸ ਬੰਦੇ ਨੂੰ ਮਹਾਰਾਜ ਕੋਲ ਹੀ ਰੱਖ ਲੈਂਦੇ। ਜਿਹੜਾ ਕਵਿਤਾ ਕੋਈ ਬਹੁਤੀ ਚੰਗੀ ਸੁਣਾਉਂਦਾ ਨਾ, ਵਿਦਵਾਨ ਜਾਣ ਕੇ ਮਹਾਰਾਜ ਕਹਿਣ ਲੱਗੇ ਸਾਡੇ ਕੋਲ ਇੱਥੇ ਹੀ ਨੌਕਰੀ ਕਰ, ਜਿੰਨੀ ਮਾਇਆ ਚਾਹੀਦੀ ਆ, ਰੋਜ਼ਾਨਾ ਚਾਹੀਦਾ, ਮਹੀਨਾ ਚਾਹੀਦਾ, ਅਸੀਂ ਦੇਵਾਂਗੇ।
ਆਪਣੇ ਕੋਲ ਰੱਖਦੇ ਹਨ। ਕੇਸ਼ਵ ਦਾਸ ਹੋਤੋ ਕਵ ਜੋਏ। ਗੁਰਮੁਖੋ ਇਹਨਾਂ ਕਵੀਆਂ ਦੇ ਵਿੱਚ ਨਾ ਇੱਕ ਕਵੀ ਆਇਆ ਮਹਾਰਾਜ ਦੇ ਕੋਲ ਤੇ ਨਾਮ ਹੈ ਕੇਸ਼ਵ ਦਾਸ। ਇਹ ਕਿਸੇ ਇਲਾਕੇ ਤੋਂ ਚੱਲ ਕੇ ਆਇਆ ਹੈ। ਭਇਓ ਬੁੰਦੇਲ ਖੰਡ ਮੈਂ ਸੋਏ। ਕਹਿਣ ਲੱਗੇ ਬੁੰਦੇਲ ਖੰਡ ਇੱਕ ਧਰਤੀ ਦਾ ਨਾਮ ਹੈ। ਉਸ ਧਰਤੀ ਦੇ ਵਿੱਚ ਇਹ ਜਿਹੜਾ ਕਵੀ ਰਹਿੰਦਾ ਹੈ ਕੇਸ਼ਵ ਦਾਸ ਇਸ ਦਾ ਨਾਮ ਹੈ। ਤਿਸ ਕੋ ਪੁੱਤਰ ਕੁਮਰ ਹੈ ਨਾਮ। ਇਹਦਾ ਪੁੱਤਰ ਹੈ ਤੇ ਉਹਦਾ ਨਾਮ ਕੁੰਵਰ ਨਾਮ ਹੈ। ਸੋ ਭੀ ਰਚਤ ਗਿਰਾ ਅਵਿਰਮ। ਇਹ ਵੀ ਕਵਿਤਾ ਲਿਖਦਾ। ਪਿਤਾ ਦਾ ਨਾਮ ਹੈ ਕੇਸ਼ਵ ਦਾਸ, ਉਹ ਵੀ ਕਵਿਤਾ ਲਿਖਦਾ, ਤੇ ਪੁੱਤਰ ਦਾ ਨਾਮ ਹੈ ਕੁੰਵਰ ਦਾਸ, ਉਹ ਵੀ ਕਵਿਤਾ ਲਿਖਦਾ। ਇਹ ਦੋਨੇ ਪਿਓ ਪੁੱਤਰ ਬੜੀਆਂ ਸੋਹਣੀਆਂ ਕਵਿਤਾ ਲਿਖ ਕੇ ਉਸ ਵੇਲੇ ਸੁਣਾਉਂਦੇ ਹਨ। ਤੁਰਕ ਕਰਨ ਨਵਰੰਗ ਚਿਤ ਚਹਿਓ। ਸੋ ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਨਾ ਇਹਨਾਂ ਨੂੰ ਮੁਸਲਮਾਨ ਕਰਨਾ ਚਾਹੁੰਦਾ ਹੈ। ਬੜੇ ਵੱਡੇ ਵਿਦਵਾਨ ਸਨ ਦੋਨੇ ਪਿਓ ਪੁੱਤਰ, ਇਹਨਾਂ ਕੋਲ ਗੁਣ ਬਹੁਤ ਜ਼ਿਆਦਾ। ਤੇ ਜਦੋਂ ਕਿਤੇ ਇਹਨਾਂ ਨੇ ਕਵਿਤਾ ਪੜ੍ਹੀ ਨਾ ਤੇ ਔਰੰਗਜ਼ੇਬ ਦੇ ਦਰਬਾਰ ਵਿੱਚ ਕਿਤੇ ਸੁਣੀ ਸੁਣਾਈ ਗਈ ਤੇ ਔਰੰਗਜ਼ੇਬ ਨੇ ਆਖਿਆ ਵੀ ਇਹ ਦੋ ਬੰਦੇ ਵਿਦਵਾਨ ਨੇ, ਜਨਮ ਜਾਤ ਦੇ ਹਿੰਦੂ ਨੇ, ਹਿੰਦੂ ਨਹੀਂ ਰਹਿਣੇ ਚਾਹੀਦੇ, ਇਹਨਾਂ ਨੂੰ ਮੁਸਲਮਾਨ ਕਰ ਲਵੋ। ਔਰੰਗਜ਼ੇਬ ਨੇ ਉਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਲਾਲਚ ਦੇ ਕੇ, ਇਹਨਾਂ ਦੇ ਝੂਠੇ ਕੇਸ ਪਾ ਕੇ, ਮੁਕੱਦਮਾ ਪਾ ਕੇ, ਕੋਈ ਨਾ ਕੋਈ ਕਿਸੇ ਨਾ ਕਿਸੇ ਬਿਪਤਾ ਵਿੱਚ ਪਾ ਕੇ ਇਹਨਾਂ ਨੂੰ ਡਰਾ ਕੇ ਧਮਕਾ ਕੇ ਮੁਸਲਮਾਨ ਕਰ ਲਵੋ। ਔਰੰਗਜ਼ੇਬ ਇਹਨਾਂ ਨੂੰ ਮੁਸਲਮਾਨ ਕਰਨਾ ਚਾਹੁੰਦਾ ਹੈ। ਗੁਨੀ ਅਦਕ ਹਿੰਦੂਨ ਮੈਂ ਲਹਿਓ। ਕਿਉਂਕਿ ਔਰੰਗਜ਼ੇਬ ਜਾਣਦਾ ਵੀ ਇਹ ਹਿੰਦੂਆਂ ਦੇ ਵਿੱਚ ਬਹੁਤ ਵੱਡੇ ਗੁਣੀ ਨੇ। ਔਰੰਗਜ਼ੇਬ ਜਿਹੜਾ ਹੈ ਨਾ ਉਹ ਵੀ ਇਹ ਗੱਲ ਚਾਹੁੰਦਾ ਵੀ ਵਿਦਵਾਨ ਜਿਹੜਾ ਹੈ ਨਾ ਮੁਸਲਮਾਨ ਹੀ ਹੋਣਾ ਚਾਹੀਦਾ। ਪਰ ਗੁਰਮੁਖੋ ਵਿਦਵਤਾ ਜਿਹੜੀ ਕਲਾ ਹੈ ਨਾ ਕਿਸੇ ਬਾਪ ਦੀ ਜਗੀਰ ਨਹੀਂ ਹੈ। ਕਲਾ ਤੇ ਕੁਦਰਤੀ ਚੀਜ਼ ਹੈ ਤੇ ਕਲਾ ਦਿੰਦਾ ਪਰਮਾਤਮਾ। ਹੁਣ ਜ਼ਰੂਰੀ ਇਹ ਨਹੀਂ ਵੀ ਸਾਰੀ ਕਲਾ ਮੁਸਲਮਾਨ ਵਿੱਚ ਹੀ ਆ ਜਾਏ ਜਾਂ ਸਾਰੀ ਕਲਾ ਕਿਸੇ ਹਿੰਦੂ ਵਿੱਚ ਆ ਜਾਏਗੀ, ਨਹੀਂ, ਇਹ ਤੇ ਰੱਬ ਦਾ ਤੋਹਫਾ ਹੈ। ਹੁਣ ਔਰੰਗਜ਼ੇਬ ਇਹ ਗੱਲ ਚਾਹੁੰਦਾ ਹੈ ਵੀ ਜੇ ਮੁਸਲਮਾਨ ਦੇ ਵਿੱਚ ਉਹ ਗੁਣ ਨਹੀਂ ਆ ਸਕਦਾ ਤੇ ਜਿਹੜਾ ਹਿੰਦੂ ਵਿੱਚ ਉਹ ਗੁਣ ਹੈ ਉਸ ਹਿੰਦੂ ਵਿਅਕਤੀ ਨੂੰ ਹੀ ਮੁਸਲਮਾਨ ਬਣਾ ਲਵੋ, ਤਾਂ ਕਿ ਕੱਲ੍ਹ ਨੂੰ ਗੱਲ ਹੋਵੇ ਵੀ ਫਲਾਣਾ ਬੰਦਾ ਬੜਾ ਗੁਣੀ ਹੈ ਤੇ ਉੱਥੇ ਅਸੀਂ ਕਹਿ ਸਕੀਏ ਹਾਂ ਉਹ ਸਾਡੇ ਧਰਮ ਦਾ ਹੀ ਹੈ। ਮੁਸਲਮਾਨ ਬਣਾਉਣਾ ਚਾਹੁੰਦਾ ਔਰੰਗਜ਼ੇਬ ਵੀ ਜਿੰਨੇ ਗੁਣੀ ਪੁਰਸ਼ ਨੇ ਸਾਰੇ ਮੁਸਲਮਾਨ ਹੋਣਾ ਕਰਨ। ਜਬੈ ਕੁਮਰ ਸੁਧ ਇਸ ਬਿਦ ਪਾਈ। ਜਦੋਂ ਇਹਦੇ ਪੁੱਤਰ ਨੂੰ ਪਤਾ ਲੱਗਾ ਨਾ, ਕੁੰਵਰ ਨੂੰ ਪਤਾ ਲੱਗਾ ਵੀ ਔਰੰਗਜ਼ੇਬ ਬਾਦਸ਼ਾਹ ਸਾਨੂੰ ਮੁਸਲਮਾਨ ਕਰਨਾ ਚਾਹੁੰਦਾ ਹੈ, ਤਿਆਗ ਦੇਸ਼ ਘਰ ਗਇਓ ਪਲਾਈ। ਤੇ ਉਸਨੇ ਛੱਡ ਦਿੱਤਾ ਦੇਸ਼ ਤੇ ਘਰ ਛੱਡ ਕੇ ਦੌੜ ਗਿਆ। ਹੁਣ ਫੜਨਗੇ ਤੇ ਘਰੋਂ ਹੀ ਆ ਕੇ ਨਾ, ਘਰ ਹੀ ਛੱਡ ਦਿੱਤਾ, ਘਰੋਂ ਛੱਡ ਕੇ ਦੌੜ ਗਿਆ ਹੈ। ਜਿਹਦੇ ਵਿਚਾਰਿਓ ਬਸਨ ਸਥਾਨ। ਮਨ ਵਿੱਚ ਸੋਚਦਾ ਕਿੱਥੇ ਵਸਾਂ, ਰਵਾਂ ਕਿੱਥੇ ਜਾ ਕੇ, ਵਸਣ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ। ਨਹਿ ਪ੍ਰਾਪਤ ਭਾ ਬੀਚ ਜਹਾਨ। ਬੜੀਆਂ ਥਾਵਾਂ ਤੇ ਜਾ ਕੇ ਵੇਖਿਆ, ਜਿੱਥੇ ਜਾਂਦਾ ਉੱਥੇ ਔਰੰਗਜ਼ੇਬ ਦਾ ਡਰ ਹੈ, ਜਿੱਥੇ ਜਾਂਦਾ ਉੱਥੇ ਔਰੰਗਜ਼ੇਬ ਦਾ ਡਰ ਹੈ। ਕਈ ਜਗ੍ਹਾ ਵੇਖੀਆਂ ਗਈਆਂ ਪਰ ਕੋਈ ਵੀ ਜਗ੍ਹਾ ਇਹਨੂੰ ਰਹਿਣ ਵਾਸਤੇ ਪਸੰਦ ਨਹੀਂ ਆਈ ਜਾਂ ਰਹਿਣ ਵਾਸਤੇ ਇਹਨੂੰ ਠੀਕ ਨਹੀਂ ਲੱਗੀ। ਕੇਸ਼ਵ ਦਾਸ ਤੇ ਉਹਦਾ ਪੁੱਤਰ ਜਿਹੜਾ ਨਾ ਕੁੰਵਰ ਬੜਿਆਂ ਥਾਵਾਂ ਤੇ ਦੌੜੇ, ਘਰ ਤੇ ਛੱਡ ਬੈਠੇ, ਪਰ ਨਵਾਂ ਘਰ ਕਿੱਥੇ ਬਣਾਈਏ, ਕੋਈ ਜਗ੍ਹਾ ਇਹਨਾਂ ਨੂੰ ਠੀਕ ਨਹੀਂ ਲੱਗਦੀ ਹੈ। ਸੁਣੀ ਹੁਤੀ ਸੁਧ ਸ੍ਰੀ ਗੁਰੂ ਕੇਰੀ। ਇਹਨਾਂ ਨੇ ਗੁਰੂ ਪਾਤਸ਼ਾਹ ਦੀ ਖਬਰ ਸੁਣੀ ਹੋਈ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਹਨ। ਇੱਕ ਸਮ ਨਿਭ ਹੈ ਸ਼ਕਤ ਕਨੇਰੀ। ਤੇ ਸਤਿਗੁਰਾਂ ਦੇ ਕੋਲ ਬੜੀ ਵੱਡੀ ਸ਼ਕਤੀ ਹੈ। ਜੇ ਆਪਾਂ ਮਹਾਰਾਜ ਦੇ ਕੋਲ ਚਲੇ ਚੱਲੀਏ ਤੇ ਸਤਿਗੁਰੂ ਜੀ ਸਾਡਾ ਧਰਮ ਵੀ ਬਚਾ ਲੈਣਗੇ ਔਰ ਸਾਨੂੰ ਰੋਜੀ ਰੋਟੀ ਵੀ ਦੇਣਗੇ। ਔਰੰਗਜ਼ੇਬ ਕਹਿੰਦਾ ਵੀ ਰੋਜੀ ਰੋਟੀ ਤਾਂ ਦੇਵਾਂਗਾ ਵੀ ਧਰਮ ਛੱਡੋ, ਮੇਰੇ ਕੋਲ ਨੌਕਰੀ ਕਰੋ। ਪਰ ਔਰੰਗਜ਼ੇਬ ਤੋਂ ਸਾਨੂੰ ਬਚਾ ਵੀ ਕੋਈ ਨਹੀਂ ਸਕਦਾ। ਕਿਸੇ ਵੀ ਰਾਜੇ ਕੋਲ ਜਾਵਾਂਗੇ ਉਹ ਰਾਜਾ ਸਾਨੂੰ ਆਪ ਫੜ ਕੇ ਔਰੰਗਜ਼ੇਬ ਨੂੰ ਫੜਾਵੇਗਾ। ਪਰ ਜੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚਲੇ ਜਾਈਏ, ਮਹਾਰਾਜ ਸਾਨੂੰ ਫੜਾਉਣਗੇ ਵੀ ਨਹੀਂ, ਸਗੋਂ ਸਾਡੀ ਰਾਖੀ ਕਰਨਗੇ ਔਰ ਸਾਡਾ ਧਰਮ ਵੀ ਉਹਨਾਂ ਨੇ ਬਚਾ ਲੈਣਾ ਹੈ। ਤੁਰ ਕਰ ਦੂਰ ਦੂਰ ਨਿਤ ਚੱਲ ਕਰ। ਕਹਿਣ ਲੱਗੇ ਵੀ ਇਹ ਗੱਲ ਸੁਣ ਕੇ ਤੇ ਦੁਰ ਕਰ ਲੁਕ ਲੋਕੇ, ਵਿਚਾਰੇ ਰਾਤ ਨੂੰ ਨਿਕਲਦੇ ਸਫ਼ਰ ਤੇ, ਦਿਨੇ ਲੋਕੇ ਬਹਿ ਜਾਂਦੇ। ਕੋਈ ਪਿੰਡ ਆਉਂਦਾ ਨਾ, ਕੋਈ ਟਿਕਾਣਾ ਆਉਂਦਾ, ਰਾਤ ਨੂੰ ਛੁਪ ਜਾਂਦੇ, ਸਾਨੂੰ ਕੋਈ ਦਿਨੇ ਛੁਪ ਜਾਂਦੇ, ਸਾਨੂੰ ਕੋਈ ਵੇਖ ਨਾ ਲਵੇ। ਜਦੋਂ ਰਾਤ ਦਾ ਹਨੇਰਾ ਪੈਂਦਾ ਦੋਨੇ ਜਾਣੇ ਪਿਓ ਪੁੱਤਰ ਤੁਰ ਪੈਂਦੇ, ਦਿਨੇ ਛੁਪਦੇ ਨੇ, ਰਾਤ ਨੂੰ ਚੱਲਦੇ ਨੇ। ਇਸ ਤਰ੍ਹਾਂ ਰਾਤਾਂ ਨੂੰ ਸਫ਼ਰ ਤੈਅ ਕਰਦਿਆਂ ਹੋਇਆਂ ਪਹੁੰਚਿਓ ਆਨ ਆਨੰਦਪੁਰ ਹਿਤ ਕਰ। ਤੇ ਗੁਰਮੁਖੋ ਆਨੰਦਪੁਰ ਸਾਹਿਬ ਪਹੁੰਚ ਗਏ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਇਹ ਜਿਹੜਾ ਕੁੰਵਰ ਨਾਮ ਦਾ ਕਵੀ ਹੈ ਨਾ, ਜਿਹਨੂੰ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਬਣਾਉਣਾ ਚਾਹੁੰਦਾ ਪਰ ਹੈ ਹਿੰਦੂ, ਵਿਚਾਰਾ ਲੁਕਦਾ ਲੁਕਾਉਂਦਾ, ਛੁਪਦਾ ਛੁਪਾਉਂਦਾ, ਦਿਨੇ ਲੁਕ ਜਾਂਦਾ, ਰਾਤ ਨੂੰ ਤੁਰ ਪੈਂਦਾ ਸੜਕ ਤੇ, ਠਿੱਡੇ ਠੋਰੇ ਖਾਂਦਾ, ਠੋਕਰਾਂ ਖਾਂਦਾ ਹੋਇਆ ਚਲਦਿਆਂ ਚਲਦਿਆਂ ਆਨੰਦਪੁਰ ਸਾਹਿਬ ਪਹੁੰਚ ਗਿਆ ਹੈ। ਰੁਚਿਰ ਕਵਿਤ ਕਿਤੂ ਕੇ ਕਰਕੇ, ਤੇ ਇਸਨੇ ਬੜੇ ਸੋਹਣੇ ਨਾ ਮਹਾਰਾਜ ਦੀ ਵਡਿਆਈ ਦੇ ਕਵਿਤ ਬਣਾਏ। ਗੁਰਮੁਖੋ ਇਹ ਕਵਿਤਾ ਦੀ ਇੱਕ ਚਾਲ ਹੈ, ਕਵਿਤ ਇਹ ਚਾਲ ਹੁੰਦੀ ਹੈ। ਸਵਈਆ ਵੀ ਇੱਕ ਚਾਲ ਹੈ, ਦੋਹਰਾ ਵੀ ਇੱਕ ਚਾਲ ਹੈ, ਚੌਪੀ ਵੀ ਇੱਕ ਚਾਲ ਹੈ। ਪਰ ਚੌਪੀ ਦਾ ਛੰਦ ਬਣਾਉਣਾ ਸੌਖਾ ਹੈ, ਕਵਿਤ ਦਾ ਛੰਦ ਬਣਾਉਣਾ ਔਖਾ। ਇਹਨੇ ਮਹਾਰਾਜ ਦੀ ਵਡਿਆਈ ਦੇ ਵਿੱਚ ਕਵਿਤ ਦੇ ਬੜੇ ਸੋਹਣੇ ਛੰਦ ਬਣਾਏ ਹਨ। ਮਿਲਿਓ ਗੁਰੂ ਸਨ ਤਬਹਿ ਉਚਰ ਕੇ, ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ ਨਾ, ਇਹਨੇ ਆਉਂਦਿਆਂ ਇੱਕ ਛੰਦ ਪੜ੍ਹ ਕੇ ਸੁਣਾਇਆ ਮਹਾਰਾਜ ਜੀਆਂ ਨੂੰ ਵੀ ਸਤਿਗੁਰੂ ਵਿਦਵਾਨਾਂ ਦੀ ਕਦਰ ਕਰਦੇ ਤੇ ਹੈ ਸੀ ਵਿਦਵਾਨ। ਇਹਨੇ ਬੜਾ ਸੋਹਣਾ ਇੱਕ ਛੰਦ ਬਣਾਇਆ, ਇੱਕ ਬਿੱਤ ਬਣਾਇਆ ਤੇ ਮਹਾਰਾਜ ਦੇ ਸਾਹਮਣੇ ਆ ਕੇ ਇਹਨੇ ਇੱਕ ਬਿੱਤ ਸੁਣਾਇਆ ਹੈ। ਬਿਨਾ ਆਸਰੇ ਗਹਿਓ ਅਲੰਬ, ਸਤਿਗੁਰੂ ਪਾਤਸ਼ਾਹ ਅਸੀਂ ਬਿਨਾ ਆਸਰੇ ਤੋਂ ਆ, ਸਾਨੂੰ ਕੇਵਲ ਇੱਕ ਤੁਹਾਡਾ ਹੀ ਆਸਰਾ ਹੈ। ਅਸੀਂ ਕੇਵਲ ਇੱਕ ਤੁਹਾਡਾ ਆਸਰਾ ਲਿਆ, ਸਾਨੂੰ ਕੋਈ ਹੋਰ ਆਸਰਾ ਨਹੀਂ ਹੈ। ਜਗਤ ਗੁਰੂ ਗੁਣ ਧਰੂ ਕਦੰਬ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਤੁਸੀਂ ਜਗਤ ਦੇ ਗੁਰੂ ਹੋ ਤੇ ਬੇਅੰਤ ਗੁਣਾਂ ਦੇ ਮਾਲਕ ਹੋ। ਅਨੰਤ ਗੁਣ ਨੇ ਆਪ ਜੀ ਦੇ ਵਿੱਚ, ਅਨੰਤ ਗੁਣਾਂ ਨੂੰ ਆਪ ਧਾਰਨ ਕਰਨ ਵਾਲੇ ਹੋ। ਸੁਨਾ ਨਿਥਾਵਨ ਕੇ ਤੁਮ ਥਾਨ, ਸਤਿਗੁਰੂ ਮੈਂ ਸੁਣਿਆ ਕਿ ਤੁਸੀਂ ਨਥਾਵਿਆਂ ਦੇ ਥਾਂ ਹੋ। ਨਥਾਵੇ ਜਿਨ੍ਹਾਂ ਨੂੰ ਕੋਈ ਥਾਂ ਨਾ ਮਿਲਦੀ ਹੋਵੇ, ਜਿਸ ਨੀਚ ਕੋ ਕੋਈ ਨਾ ਜਾਣੈ, ਜਿਹੜਾ ਇਹੋ ਜਿਹਾ ਹੋਵੇ। ਲਾਗੂ ਹੋਏ ਦੁਸ਼ਮਨਾ ਸਾਥ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੂਕੈ ਸਭ ਅਸਰਾਓ। ਜਿਹੜੇ ਇਸ ਤਰ੍ਹਾਂ ਦੇ ਹੋਣ, ਮਿੱਤਰ ਵੀ ਦੁਸ਼ਮਣ ਬਣ ਜਾਣ, ਆਂਢੀ ਗੁਆਂਢੀ ਵੀ ਦੁਸ਼ਮਣ ਬਣ ਜਾਣ, ਘਰ ਵੀ ਛੱਡਣਾ ਪਵੇ, ਰਿਸ਼ਤੇਦਾਰੀ ਵੀ ਛੱਡਣੀ ਪਵੇ, ਜਿਹੜੇ ਇਹੋ ਜਿਹੇ ਨਥਾਵੇਂ ਬਣ ਜਾਂਦੇ, ਧੰਨ ਬਾਜਾਂ ਵਾਲੇ ਸਤਿਗੁਰੂ ਉਹਨਾਂ ਨਥਾਵਿਆਂ ਦੇ ਆਪ ਜੀ ਥਾਂ ਹੋ, ਉਹਨਾਂ ਨੂੰ ਆਸਰਾ ਦੇਣ ਵਾਲੇ ਹੋ। ਸਦਾ ਨਿਮਾਨਨ ਕੇ ਬੜਮਾਨ, ਤੇ ਮਹਾਰਾਜ ਆਪ ਜੀ ਨਿਮਾਣਿਆਂ ਦੇ ਮਾਨ ਹੋ, ਨਿਮਾਣਿਆਂ ਨੂੰ ਮਾਣ ਦੇਣ ਵਾਲੇ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਨਾ ਕਰਦਾ, ਜਿਨ੍ਹਾਂ ਦਾ ਕੋਈ ਮਾਨ ਨਹੀਂ ਕਰਦਾ। ਪਾਤਸ਼ਾਹ ਉਹਨਾਂ ਦਾ ਆਪ ਜੀ ਇੱਜ਼ਤ ਮਾਨ ਬਣਾਉਣ ਵਾਲੇ ਹੋ। ਹੋ ਨਿਤਾਨਨ ਕੇ ਤੁਮ ਤਾਨ, ਤੇ ਸਤਿਗੁਰੂ ਪਾਤਸ਼ਾਹ ਜਿਹੜੇ ਨਿਤਾਣੇ ਨੇ, ਜਿਨ੍ਹਾਂ ਵਿੱਚ ਬਾਲੀ ਕੋਈ ਨਹੀਂ ਹੈ, ਉਹਨਾਂ ਨੂੰ ਆਪ ਜੀ ਬਲ ਦੇਣ ਵਾਲੇ ਹੋ। ਗਾਵੈ ਕੋ ਤਾਨ ਹੋਵੈ ਕਿਸੈ ਤਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਐ ਪ੍ਰਮਾਤਮਾ ਤੇਰੇ ਬਲ ਨੂੰ ਉਹ ਗਾ ਸਕਦਾ ਹੈ ਜਿਹਨੂੰ ਤੂੰ ਬਲ ਬਖਸ਼ਿਸ਼ ਕਰੇ। ਗਾਵੈ ਕੋ ਤਾਨ, ਕਿਹੜਾ ਬੰਦਾ ਹੈ ਜਿਹੜੇ ਤੇਰੇ ਬਲ ਦਾ ਵਰਣਨ ਕਰੇ, ਕੋਈ ਕਹਿ ਸਕੇ ਪ੍ਰਮਾਤਮਾ ਇਹਨਾਂ ਗੁਣਾਂ ਦਾ ਮਾਲਕ ਹੈ, ਪ੍ਰਮਾਤਮਾ ਵਿੱਚ ਇਹ ਗੁਣ ਨੇ। ਗਾ ਹੋ ਸਕਦਾ ਹੋਵੇ ਕਿਸੈ ਤਾਨ, ਜਿਹਨੂੰ ਤੇਰਾ ਬਲ ਪ੍ਰਾਪਤ ਹੋਵੇ। ਤੇਰੇ ਬਲ ਬਿਨਾ, ਤੇਰੀ ਸ਼ਕਤੀ ਬਿਨਾ, ਤੇਰੀ ਬਖਸ਼ਿਸ਼ ਬਿਨਾ ਤੇ ਪ੍ਰਮਾਤਮਾ ਤੇਰੇ ਗੁਣ ਨਹੀਂ ਗਾਏ ਜਾ ਸਕਦੇ। ਤੇਰੇ ਗੁਣ ਵੀ ਉਹ ਗਾਏਗਾ ਜਿਹਨੂੰ ਤੂੰ ਗੁਣ ਗਾਉਣ ਦੀ ਸਮਰੱਥਾ ਬਖਸ਼ਿਸ਼ ਕੀਤੀ, ਜਿਹਨੂੰ ਬਲ ਬਖਸ਼ਿਆ ਹੈ। ਤੇਰੇ ਬਲ ਬਿਨਾ ਗੁਣ ਨਹੀਂ ਗਾਏ ਜਾਂਦੇ। ਇਹ ਕਹਿ ਰਿਹਾ ਮਹਾਰਾਜ, ਨਿਤਾਨਨ ਕੇ ਤੁਮ ਤਾਨ, ਜਿਹੜੇ ਨਿਤਾਣੇ ਨੇ, ਜਿਨ੍ਹਾਂ ਵਿੱਚ ਕੋਈ ਬਲ ਨਹੀਂ, ਉਹਨਾਂ ਨੂੰ ਆਪ ਜੀ ਬਲ ਦੇਣ ਵਾਲੇ ਹੋ। ਐਸੀ ਆਪ ਵਿੱਚ ਸਮਰੱਥਾ ਹੈ। ਅਸ ਸ਼ੋਭਾ ਕੋ ਕਥਾ ਜਹਾਨ, ਮਹਾਰਾਜ ਆਪ ਜੀ ਦੀ ਐਸੀ ਸੋਭਾ ਹੈ, ਸਾਰੀ ਦੁਨੀਆ ਆਪ ਜੀ ਦੀ ਐਸੀ ਸੋਭਾ ਦਾ ਵਰਣਨ ਕਰਦੀ ਹੈ। ਜਹਾਨ ਆਪ ਜੀ ਦੀ ਐਸੀ ਸੋਭਾ ਕਹਿੰਦਾ, ਆਪ ਜੀ ਐਸੀ ਸੋਭਾ ਦੇ ਮਾਲਕ ਹੋ। ਇਹ ਜਿਹੜਾ ਕੁੰਵਰ ਨਾਮ ਦਾ ਕਵੀ ਆਇਆ ਨਾ, ਮਹਾਰਾਜ ਦੇ ਸਾਹਮਣੇ ਐਸੇ ਬਚਨ ਕਰਦਾ ਹੈ। ਸੁਨ ਸ਼੍ਰੀ ਪ੍ਰਭ ਸਾਦਰ ਬੈਠਾ ਹੈ। ਮਹਾਰਾਜ ਨੇ ਸੁਣੇ ਨਾ ਇਹਦੇ ਕੋਲੋਂ ਬਚਨ, ਤੇ ਪਾਤਸ਼ਾਹ ਨੇ ਬੜੇ ਸਤਿਕਾਰ ਦੇ ਨਾਲ ਇਸ ਕਵੀ ਨੂੰ ਆਪਣੇ ਕੋਲ ਬਿਠਾਇਆ ਹੈ। ਨਿਜ ਪ੍ਰਸੰਗ ਤਬ ਵਿਪਰ ਸੁਨਾਇਓ, ਤੇ ਇਹ ਜਿਹੜਾ ਵਿਅਕਤੀ ਆਇਆ ਨਾ, ਹੈ ਬ੍ਰਾਹਮਣ। ਇਹਨੇ ਸਾਰੀ ਆਪਣੀ ਵਿਥਿਆ ਦੱਸੀ ਵੀ ਮੈਂ ਘਰ ਕਿਵੇਂ ਛੱਡਿਆ, ਮੈਨੂੰ ਔਰੰਗਜ਼ੇਬ ਕੀ ਕਰਦਾ ਸੀ, ਆਪਣੇ ਸਾਰੇ ਦੁੱਖ ਇਸਨੇ ਦੱਸੇ ਹਨ। ਤੁਰਕ ਤੇਜ ਤੇ ਬਿਨ ਬਲ ਹਿੰਦੂ, ਮਹਾਰਾਜ ਇਹ ਜਿਹੜਾ ਤੁਰਕਾਂ ਦਾ ਤੇਜ ਹੈ ਨਾ, ਬਹੁਤ ਜ਼ਿਆਦਾ ਬਲ ਵਾਲਾ ਹੈ। ਜਿਹੜੇ ਹਿੰਦੂ ਨੇ ਇਸ ਵੇਲੇ ਬਲ ਤੋਂ ਹੀਣੇ ਨੇ, ਹਿੰਦੂਆਂ ਵਿੱਚ ਜ਼ੋਰ ਨਹੀਂ ਹੈ,
ਕਿਉਂਕਿ ਰਾਜ ਮੁਗਲ ਦਾ ਹੈ ਤੇ ਮੁਗਲ ਬਹੁਤ ਤਾਕਤ ਵਾਲੇ ਹਨ। ਧਰਮ ਵਿਨਾਸ਼ਤ ਮੇਲਤ ਬ੍ਰਿੰਦੂ। ਤੇ ਮਹਾਰਾਜ ਇਹ ਬਹੁਤਿਆਂ ਦਾ ਧਰਮ ਨਾਸ਼ ਕਰਕੇ ਤੇ ਆਪਣੇ ਵਿੱਚ ਮੇਲ ਦੇ ਦੱਸਦਾ ਪਿਆ ਵਿਚਾਰਾ ਆਪਣੇ ਦੁੱਖ। ਇਹ ਕੁੰਵਰ ਨਾਮ ਦਾ ਬ੍ਰਾਹਮਣ ਵੀ ਮਹਾਰਾਜ ਮੁਗਲਾਂ ਦਾ ਜ਼ੋਰ ਇੰਨਾ ਹੈ ਕਿ ਇਹ ਦੂਜਿਆਂ ਨੂੰ ਡਰ ਦੇ ਕੇ ਆਪਣੇ ਵਿੱਚ ਮਿਲਾਉਂਦੇ ਨੇ, ਆਪਣੇ ਵਿੱਚ ਸਮਾ ਲੈਂਦੇ ਹਨ। ਮਹਾਤਰਾਸਤੇ ਮੈਂ ਚਲਿਆ ਆਇਓ। ਮਹਾਰਾਜ ਮੇਰਾ ਧਰਮ ਚੱਲਿਆ ਸੀ, ਮੈਂ ਡਰ ਕੇ ਦੌੜ ਕੇ ਆਪ ਜੀ ਦੇ ਕੋਲ ਆਇਆ ਹਾਂ। ਚਹਿਤ ਆਪਨੋ ਧਰਮ ਬਚਾਇਓ। ਸਤਿਗੁਰੂ ਤੁਹਾਡੇ ਕੋਲ ਆਇਆ ਤਾਂ ਆ ਕਿ ਤੁਸੀਂ ਮੇਰਾ ਧਰਮ ਬਚਾ ਸਕਦੇ ਜੇ, ਆਪ ਜੀ ਮੇਰਾ ਧਰਮ ਬਚਾਉਣਾ ਕਰੋ। ਸੁਨ ਸ਼੍ਰੀ ਸਤਿਗੁਰ ਧੀਰਜ ਦੀਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਸੁਣ ਕੇ ਤੇ ਇਹਨੂੰ ਧੀਰਜ ਦਿੱਤਾ, ਕਹਿਣ ਲੱਗੇ ਹੌਸਲਾ ਰੱਖ, ਕੋਈ ਗੱਲ ਨਹੀਂ ਜੇ ਸਾਡੇ ਕੋਲ ਆਇਆ ਹੈ। ਰੋਜ਼ ਰਜਤ ਪਣ ਪੰਚ ਸੁਕੀਨਾ। ਤੇ ਸਤਿਗੁਰੂ ਪਾਤਸ਼ਾਹ ਨੇ ਕਿੱਡੀ ਵੱਡੀ ਤਨਖਾਹ ਬੱਧੀ, 5 ਰੁਪਈਏ ਰੋਜ਼ ਦੇ। ਇੰਨੀ ਤਨਖਾਹ ਚ ਉਸ ਵੇਲੇ ਹੋ ਸਕਦਾ ਕਿਸੇ ਵੱਡੇ ਅਫਸਰ ਦੀ ਵੀ ਨਾ ਹੋਵੇ, ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲੇ ਦਿਨ ਹੀ ਵਿਅਕਤੀ ਰੱਖਿਆ, ਗੁਣ ਵਾਲੇ ਦੀ ਇੰਨੀ ਕਦਰ ਕੀਤੀ ਹੈ, 5 ਰੁਪਈਏ ਚਾਂਦੀ ਦੇ ਰੋਜ਼ਾਨਾ ਦੇਣ ਦਾ ਬਚਨ ਕੀਤਾ। ਤਾਂ ਮਹਾਰਾਜ ਦੇ ਕੋਲ ਵਿਦਵਾਨ ਭੱਜ ਭੱਜ ਕੇ ਆਉਂਦੇ ਸਨ ਤੇ ਬੜੀ ਬੜੀ ਸੋਹਣੀ ਕਵਿਤਾ। ਜਿੰਨੇ ਵਿਦਵਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿੰਦੇ ਸਨ, ਇੰਨੇ ਵਿਦਵਾਨ ਤੇ ਔਰੰਗਜ਼ੇਬ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਉਹਦੇ ਕੋਲ ਵੀ ਨਹੀਂ ਸਨ। ਹਿੰਦੁਸਤਾਨ ਕੋਈ ਛੋਟਾ ਰਾਜ ਨਹੀਂ, ਇਹਦੇ ਵਿੱਚੋਂ ਬੰਗਾਲ ਨਿਕਲ ਗਿਆ, ਪਾਕਿਸਤਾਨ ਨਿਕਲ ਗਿਆ, ਅਫਗਾਨਿਸਤਾਨ ਨਿਕਲ ਗਿਆ, ਇੰਨੇ ਰਾਜਾਂ ਨੂੰ ਮਿਲਾ ਕੇ, ਦੇਸਾਂ ਨੂੰ ਮਿਲਾ ਕੇ ਇੱਕ ਰਾਜ ਹੈ। ਉਸ ਰਾਜ ਦਾ ਮਾਲਕ ਔਰੰਗਜ਼ੇਬ ਹੈ। ਐਡੇ ਵੱਡੇ ਰਾਜ ਦਾ ਮਾਲਕ ਹੋਣ ਦੇ ਬਾਵਜੂਦ ਵੀ ਇੰਨੀ ਮਾਇਆ ਉਹ ਨਹੀਂ ਦੇ ਸਕਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਏਡੀ ਵੱਡੀ ਰਕਮ ਇੱਕ ਕਵੀ ਨੂੰ ਕਵਿਤਾ ਸੁਣਾਉਣ ਵਾਲੇ। ਪਰ ਗੁਰਮੁਖੋ ਅਸੀਂ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ, ਸਾਡੇ ਵਾਸਤੇ ਕਵਿਤਾ ਤੇ ਐਵੇਂ ਹੀ ਆ, ਗੱਲਾਂ ਹੀ ਨੇ, 4 ਜੋੜੀਆਂ ਸੁਣਾ ਦਿੱਤੀਆਂ। ਸਾਡੇ ਵਾਸਤੇ ਕਥਾ ਕਹਾਣੀ ਕੀਰਤਨ ਸੁਣਨਾ, ਪਾਠ ਕਰਨਾ ਐਵੇਂ ਹੀ ਗੱਲਾਂ ਨੇ, ਫਜ਼ੂਲ ਦੇ ਕੰਮ, ਨਿੱਕੇ ਮੋਟੇ ਆਪਾਂ ਕੰਮ ਸਮਝਦੇ ਹਾਂ। ਇਹਦੇ ਵਾਸਤੇ ਪੈਸਾ ਦੇਣਾ ਵੀ ਸਾਨੂੰ ਔਖਾ ਹੀ ਲੱਗਦਾ, ਨਾ ਹੀ ਦੇਣਾ ਪਵੇ ਜਾਂ ਥੋੜ੍ਹਾ ਹੀ ਦੇਣਾ ਪਵੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਸਾਡੇ ਬੱਚਿਆਂ ਦੇ ਉੱਪਰ ਅਸਰ ਪਵੇਗਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਪਵੇਗਾ, ਕਿਉਂਕਿ ਸਾਡੇ ਕੋਲ ਨਹੀਂ ਰਹਿ ਜਾਣਗੇ ਵਿਦਵਾਨ, ਗੁਰੂ ਦੀ ਗੱਲ ਸੁਣਾਉਣ ਵਾਲੇ, ਗ੍ਰੰਥ ਪੜ੍ਹ ਕੇ ਸੁਣਾਉਣ ਵਾਲੇ, ਧਰਮ ਨੂੰ ਬਚਾਉਣ ਵਾਲੇ, ਧਰਮ ਦਾ ਪ੍ਰਚਾਰ ਕਰਨ ਵਾਲੇ ਨਹੀਂ ਰਹਿਣਗੇ। ਇਹ ਸਾਡੀ ਸੋਚ ਹੈ। ਰੋ ਵਿਚਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 5 ਰੁਪਈਏ ਰੋਜ਼ ਦੇ ਇਹ ਦੇਣਾ ਕੀਤਾ ਹੈ। ਕਹਿਓ ਤੋਹੇ ਪਿਤ ਕਵੀ ਵਿਸਾਲਾ। ਮਹਾਰਾਜ ਨੇ ਪੁੱਛ ਲਿਆ, ਕਹਿਣ ਲੱਗੇ ਕੁੰਵਰ ਤੇਰਾ ਪਿਤਾ ਵੀ ਬਹੁਤ ਵੱਡਾ ਕਵੀ ਹੈ, ਅਸੀਂ ਸੁਣਿਆ ਹੈ। ਰਚੀ ਆਦ ਕਵ ਪ੍ਰਿਯ ਰਸਾਲਾ। ਤੇ ਉਸਨੇ ਬਹੁਤ ਸੋਹਣੀਆਂ ਕਵਿਤਾ ਰਚੀਆਂ ਨੇ, ਤੇ ਕਹਿਣ ਲੱਗੇ ਵੀ ਇਹ ਪਹਿਲਾ ਤੋ ਇਹ ਜਿਹੜਾ ਗ੍ਰੰਥ ਉਹਨੇ ਇੱਕ ਰਚਿਆ ਸੀ ਕਵਿਤਾ ਦਾ, ਤੇ ਉਹ ਮਹਾਰਾਜ ਨੇ ਕਵਿਤਾ ਸੁਣੀਆਂ ਹਨ। ਗ੍ਰੰਥ ਮਹਾਭਾਰਤ ਮਨ ਭਾਵੈ। ਤੇ ਉਹ ਉਸਨੇ ਬਹੁਤ ਵੱਡਾ ਗ੍ਰੰਥ ਲਿਖਿਆ ਹੈ, ਤੇ ਉਹ ਗ੍ਰੰਥ ਜਿਹੜਾ ਹੈ ਨਾ, ਕਈ ਪੜ੍ਹ ਕੇ ਤੇ ਕਈ ਸੁਣਾਉਂਦੇ ਨੇ। ਮਹਾਭਾਰਤ ਦਿਲ ਨੂੰ ਚੰਗਾ ਲੱਗਣ ਵਾਲਾ ਹੈ, ਜੰਗਾਂ ਕਰਕੇ ਵੀ ਏਡਾ ਵੱਡਾ ਗ੍ਰੰਥ ਉਸਨੇ ਕਵਿਤਾ ਦਾ ਬਣਾਇਆ ਹੈ। ਕਵ ਗਨ ਤੇ ਭਾਖਾ ਬਨਵਾਵੇ। ਅਤੇ ਕਈ ਕਵੀਆਂ ਦੇ ਕੋਲੋਂ ਮਹਾਰਾਜ ਦੀ ਭਾਸ਼ਾ ਬਣਾ ਕੇ ਤੇ ਗ੍ਰੰਥ ਲਿਖਵਾਉਂਦੇ ਸਨ। ਮਹਾਰਾਜ ਨੂੰ ਪਤਾ ਸੀ ਵੀ ਆਉਣ ਵਾਲਾ ਸਮਾਂ ਗੁਰਮੁਖੋ ਜੰਗਾਂ ਯੁੱਧਾਂ ਦਾ, ਤੇ ਮਹਾਰਾਜ ਕਵੀਆਂ ਨੂੰ ਕਹਿੰਦੇ ਸਨ ਵੀ ਜਿਹਦੇ ਨਾਲ ਜੋਸ਼ ਆਵੇ ਨਾ, ਇਹੋ ਜਿਹੀਆਂ ਕਵਿਤਾ ਬਣਾਓ, ਇਹੋ ਜਿਹਾ ਛੰਦ ਬਣਾਓ, ਇਹੋ ਜਿਹੀਆਂ ਚੌਪੀਆਂ ਬਣਾਓ, ਜਿਹਨੂੰ ਪੜ੍ਹ ਕੇ ਜੋਸ਼ ਆਵੇ, ਦਲੇਰੀ ਆ ਜਾਵੇ, ਹਿੰਮਤ ਆ ਜਾਵੇ। ਕਵੀਆਂ ਨੂੰ ਕੋਲ ਰੱਖ ਕੇ ਐਸੀ ਕਵਿਤਾ ਬਣਵਾਉਂਦੇ ਹਨ। ਤਿਮ ਕਹਿ ਰੱਖਿਓ ਨਿਕਟ ਹਮੇਸ਼ਾ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਕਹਿ ਕੇ ਇਹਨੂੰ ਆਪਣੇ ਕੋਲ ਰੱਖਿਆ ਹੈ। ਸੁਨ ਕਵ ਆਵਨ ਲਗੇ ਵਿਸ਼ੇਸ਼ਾ। ਜਦੋਂ ਇਹਨੂੰ ਕੋਲ ਰੱਖਿਆ, ਦੁਨੀਆ 'ਚ ਦੂਰ ਦੂਰ ਤੱਕ ਪਤਾ ਲੱਗ ਗਿਆ ਵੀ ਮਹਾਰਾਜ ਇੱਕ ਕਵੀ ਨੂੰ 5 ਰੁਪਈਏ ਦਿੰਦੇ ਰੋਜ਼ ਦੇ। ਗੱਲ ਦੂਰ ਦੂਰ ਤੱਕ ਚਲੇ ਗਈ, ਬੇਅੰਤ ਕਵੀ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਹਨ। ਦਰਬ ਬ੍ਰਿੰਦ ਦੇ ਰਾਖੈਂ ਤੀਰ। ਸਤਿਗੁਰੂ ਪਾਤਸ਼ਾਹ ਜੀ ਬੇਅੰਤ ਮਾਇਆ ਦੇ ਕੇ ਦੇ ਕੋਲ ਰੱਖ ਲੈਂਦੇ ਹਨ। ਪਰਚੈ ਤਿਨ ਕੇ ਸੰਗ ਸੁਧੀਰ। ਤੇ ਸਤਿਗੁਰੂ ਪਾਤਸ਼ਾਹ ਕਿੰਨਾ ਕਿੰਨਾ ਸਮਾਂ ਕਵੀਆਂ ਵਿੱਚ ਬੈਠੇ ਰਹਿੰਦੇ, ਜਾਂ ਕਿੰਨਾ ਕਿੰਨਾ ਸਮਾਂ ਕਵੀ ਆ ਕੇ ਮਹਾਰਾਜ ਕੋਲ ਬੈਠੇ ਰਹਿੰਦੇ। ਮਹਾਰਾਜ ਕਹਿੰਦੇ ਚਲੋ ਭਾਈ ਕਵਿਤਾ ਸੁਣਾਓ। ਕਈ ਕਈ ਕਵਿਤਾ ਮਹਾਰਾਜ ਨੂੰ ਕਹਿ ਕੇ ਸੁਣਾਉਂਦੇ ਹਨ। ਬਾਣੀ ਸ਼੍ਰੀ ਗੁਰ ਆਪ ਬਨਾਵੇ। ਕਿਉਂਕਿ ਗੁਰਮੁਖੋ ਮਹਾਰਾਜ ਆਪ ਵੀ ਕਵੀ ਨੇ ਨਾ,
ਜਿਹੜੀ ਲੈਣ ਦਾ ਵਿਅਕਤੀ ਆਪ ਹੋਵੇ ਉਹਨੂੰ ਸੋਝੀ ਹੁੰਦੀ ਹੈ, ਜਾਣਕਾਰੀ ਹੁੰਦੀ ਹੈ। ਜੇ ਆਪ ਉਹ ਕੰਮ ਕੀਤਾ ਹੀ ਨਾ ਹੋਵੇ ਤੇ ਫਿਰ ਤੇ ਗਧੇ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ। ਆਪ ਨੂੰ ਤੇ ਪਤਾ ਨਹੀਂ ਨਾ ਗ੍ਰੰਥ ਬਾਰੇ, ਗ੍ਰੰਥ ਪੜ੍ਹਨਾ ਤੇ ਦੂਰ ਦੀ ਗੱਲ ਹੈ, ਗ੍ਰੰਥ ਖੋਲ੍ਹਣਾ ਕਿਵੇਂ ਹੈ ਇਹ ਨਹੀਂ ਆਉਂਦਾ। ਪਰ ਉਹਨੂੰ ਕਿਹਾ ਜਾਂਦਾ ਵੀ ਇਹ ਚੋਣ ਕਰੇਗਾ। ਚੋਣ ਇਹ ਕਰੇਗਾ ਜਿਹਨੂੰ ਗ੍ਰੰਥ ਖੋਲ੍ਹਣਾ ਨਹੀਂ ਆਉਂਦਾ, ਪੜ੍ਹਨਾ ਸੁਣਾਉਣਾ ਤੇ ਦੂਰ ਦੀ ਗੱਲ ਹੈ। ਤੇ ਫਿਰ ਇਹੋ ਜਿਹਾ ਵਿਅਕਤੀ ਜਿਹਦੀ ਚੋਣ ਕਰੇਗਾ ਨਾ, ਫਿਰ ਪ੍ਰਮਾਤਮਾ ਹੀ ਭਲਾ ਕਰੇ ਤੇ ਭਾਵੇਂ ਹੋ ਜਾਵੇ, ਨਹੀਂ ਤੇ ਹੋਵੇਗਾ ਨਹੀਂ। ਮਹਾਰਾਜ ਖੁਦ ਵਿਦਵਾਨ ਨੇ, ਇਸ ਕਰਕੇ ਵੱਡੇ ਵੱਡੇ ਵਿਦਵਾਨ ਮਹਾਰਾਜ ਦੇ ਕੋਲ ਆ ਕੇ ਕਵਿਤਾ ਸੁਣਾਉਂਦੇ। ਮਹਾਰਾਜ ਆਪ ਵੀ ਕਵਿਤਾ ਲਿਖਦੇ, ਆਪਣੀ ਕਵਿਤਾ ਲਿਖ ਕੇ ਕਹਿ ਕੇ ਮਹਾਰਾਜ ਬੋਲਦੇ ਹਨ। ਚੰਡ ਚਰਿੱਤਰ ਆਦਿ ਗਨ ਭਾਵੇਂ। ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਚੰਡੀ ਚਰਿੱਤਰ ਇਤਿਆਦਿਕ ਮਹਾਰਾਜ ਨੇ ਚਰਿੱਤਰ ਵੀ ਲਿਖੇ ਨੇ। 405 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਪਜੂ ਬਚਨ ਆਪਾਂ ਪੜ੍ਹਦੇ। ਮਹਾਰਾਜ ਨੇ ਕਈ ਚਰਿੱਤਰ ਆਪ ਲਿਖੇ ਨੇ। ਚੰਡੀ ਚਰਿੱਤਰ ਵੀ ਮਹਾਰਾਜ ਨੇ ਲਿਖਿਆ। ਕਈ ਚਰਿੱਤਰ ਮਹਾਰਾਜ ਇਸ ਤਰ੍ਹਾਂ ਕਵਿਤਾ ਵਿੱਚ ਬਣਾਉਂਦੇ ਹਨ। ਇਹਦੇ ਵਿਚਾਰਾਂ ਬਹੁਤ ਕਿਰਪਾਲਾ, ਤੇ ਸਤਿਗੁਰੂ ਪਾਤਸ਼ਾਹ ਜੀ ਮਨ ਵਿੱਚ ਵਿਚਾਰਦੇ ਹਨ। ਚਾਹੇ ਰਚਨ ਕੋ ਪੰਥ ਵਿਸਾਲਾ। ਸਤਿਗੁਰੂ ਸੋਚਦੇ ਨੇ ਅਸੀਂ ਤੇ ਬੜਾ ਵੱਡਾ ਪੰਥ ਰਚਨਾ ਹੈ, ਖਾਲਸਾ ਪੰਥ ਸਾਜਣਾ ਹੈ। ਖਾਲਸੇ ਪੰਥ ਨੂੰ ਅਸੀਂ ਕਈ ਜ਼ਿੰਮੇਵਾਰੀਆਂ ਦੇਣੀਆਂ, ਕਈ ਤਰ੍ਹਾਂ ਦੇ ਜੰਗ ਯੁੱਧ ਹੋਣੇ ਨੇ, ਉਹਨਾਂ ਵਾਸਤੇ ਗ੍ਰੰਥ ਵੀ ਬੇਅੰਤ ਹੋਣੇ ਚਾਹੀਦੇ ਹਨ। ਸੁਨ ਅਨਿਆਇ ਤੁਰਕ ਕੋ ਭਾਰੀ। ਸੋ ਇਸ ਔਰੰਗਜ਼ੇਬ ਦਾ ਅਨਿਆਂ ਸੁਣ ਕੇ, ਇਹ ਅਨਿਆਂ ਹੀ ਹੈ ਨਾ ਗੁਰਮੁਖੋ, ਕਿਸੇ ਦਾ ਧਰਮ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ। ਆਪਣਾ ਧਰਮ ਹਰੇਕ ਨੂੰ ਪਿਆਰਾ ਹੈ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਉਹਨੂੰ ਬਦੋ ਬਦੀ ਧੱਕੋ ਜੋਰੀ ਡਰਾ ਕੇ ਜਾਂ ਕਿਸੇ ਗਰੀਬੀ ਦਾ ਫਾਇਦਾ ਚੁੱਕ ਕੇ ਉਹਨੂੰ ਮੁਸਲਮਾਨ ਕਰਨਾ, ਇਹ ਗੱਲ ਅਨਿਆਏ ਹੈ, ਇਹ ਨਿਆਂ ਨਹੀਂ ਹੈ। ਗ੍ਰੰਥ ਨਹੀਂ ਇਹ ਗੱਲ ਕਹਿੰਦਾ ਵੀ ਇਸ ਤਰ੍ਹਾਂ ਕਰ, ਪਰ ਔਰੰਗਜ਼ੇਬ ਕਰਦਾ ਹੈ। ਦੇਤ ਜਗਤ ਕੋ ਦੁੱਖ ਬੁਰਿਆਰੀ। ਤੇ ਸਤਿਗੁਰੂ ਜਾਣਦੇ ਨੇ ਵੀ ਇਹ ਜਿਹੜੇ ਮੁਗਲ ਨੇ ਨਾ, ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਦੁੱਖ ਹੀ ਦੇਣਗੇ, ਕਿਉਂਕਿ ਮਾੜੇ ਬੰਦੇ ਤੋਂ ਸੁੱਖ ਦੀ ਆਸ ਨਹੀਂ ਰੱਖੀ ਜਾ ਸਕਦੀ, ਨਾ ਉਹ ਸੁੱਖ ਦੇ ਸਕਦਾ। ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਬਹੁਤ ਭਾਰੀ ਮੁਗਲਾਂ ਨੇ ਦੁੱਖ ਦੇਣੇ ਹਨ। ਰਾਜ ਤੇਜ ਜਿਮ ਸਰਬ ਵਿਨਾਸ਼ੈ। ਤੇ ਇਹਨਾਂ ਦਾ ਰਾਜ ਵੀ ਨਾਸ ਹੋਣਾ ਹੈ ਔਰ ਇਹਨਾਂ ਦਾ ਤੇਜ ਪ੍ਰਤਾਪ ਵੀ ਨਾਸ ਹੋਣਾ। ਮਹਾਰਾਜ ਜਾਣਦੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਰਾਜ, ਇਹਨਾਂ ਦਾ ਤੇਜ ਖਤਮ ਹੋਣਾ ਕਰੇ। ਪੰਥ ਖਾਲਸਾ ਸੁਖਦ ਪ੍ਰਕਾਸ਼ੈ। ਅਸੀਂ ਖਾਲਸੇ ਪੰਥ ਨੂੰ ਵੀ ਪੈਦਾ ਕਰਨਾ ਹੈ। ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ, ਹਾਲੇ ਮਹਾਰਾਜ ਨੇ ਖਾਲਸੇ ਨੂੰ ਸਾਜਿਆ ਨਹੀਂ ਹੈ, ਪਰ ਇਹ ਭਵਿੱਖ ਬਚਨ ਉਸ ਸਮੇਂ ਜਿਸ ਸਮੇਂ ਦੀ ਆਪਾਂ ਕਥਾ ਸਰਵਣ ਕਰਦੇ ਪਏ। ਮਹਾਰਾਜ ਇਹ ਗੱਲਾਂ ਮਨ ਵਿੱਚ ਵਿਚਾਰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਖਾਲਸੇ ਨੂੰ ਸਜਣਾ ਹੈ। ਰਕਤ ਬੀਜ ਕੋ ਯੁੱਧ ਕਰਲਾ। ਇਸ ਕਰਕੇ ਰਕਤ ਬੀਜ ਨਾਮ ਦਾ ਇੱਕ ਗੁਰਮੁਖੋ ਦੈਂਤ ਹੋਇਆ ਪਹਿਲੇ ਸਮੇਂ ਵਿੱਚ, ਤੇ ਇਹਨੇ ਬਹੁਤ ਵੱਡਾ ਜੰਗ ਕੀਤਾ ਸੀ। ਕਹਿਣ ਲੱਗੇ ਜਦੋਂ ਜੰਗ ਹੋਇਆ ਨਾ ਦੇਵਤਿਆਂ ਤੇ ਦੈਂਤਾਂ ਦਾ, ਤੇ ਰਕਤ ਬੀਜ ਨਾਮ ਦਾ ਜਿਹੜਾ ਦੈਂਤ ਸੀ, ਇਹਨੇ ਵਰ ਮੰਗਿਆ ਸੀ ਬੜੀ ਲੰਮੀ ਵੱਡੀ ਭਗਤੀ ਕਰਕੇ ਵੀ ਜਦੋਂ ਮੈਂ ਜੰਗ ਦੇ ਵਿੱਚ ਜਾਵਾਂ ਤੇ ਦੁਸ਼ਮਣ ਮੇਰੇ ਉੱਪਰ ਵਾਰ ਕਰੇ, ਤੇ ਜਦੋਂ ਮੇਰੇ ਫੱਟ ਲੱਗੇ ਸਰੀਰ ਨੂੰ, ਤੇ ਜਿੰਨੀਆਂ ਬੂੰਦਾਂ ਮੇਰੀਆਂ ਧਰਤੀ ਤੇ ਡਿੱਗ ਪੈਣ ਖੂਨ ਦੀਆਂ, ਮੇਰੇ ਉਹਨੇ ਅੱਗੇ ਹੋਰ ਸਰੀਰ ਬਣ ਜਾਣ ਉਸੇ ਵੇਲੇ। ਤਾਂ ਉਹਦਾ ਨਾਮ ਰੱਖਿਆ ਸੀ ਰਕਤ ਬੀਜ। ਰਕਤ ਲਹੂ ਦਾ ਬੀਜ ਬੀਜਣ ਵਾਲਾ। ਮੇਰੀਆਂ 4 ਬੂੰਦਾਂ ਡਿੱਗਣ ਤੇ 4 ਮੇਰੇ ਵਰਗੇ ਬੰਦੇ ਬਣ ਕੇ ਮੇਰੇ ਨਾਲ ਖੜ ਜਾਣ। ਜੇ 10 ਬੂੰਦਾਂ ਡਿੱਗੀਆਂ ਤੇ 10 ਬੰਦੇ ਖੜ ਜਾਣ। ਇਹ ਉਹਨੇ ਵਰ ਲਿਆ ਹੋਇਆ ਸੀ। ਤੇ ਜਦੋਂ ਜੰਗ ਵਿੱਚ ਜਾਣਾ, ਉਹਨੇ ਆਪ ਹੀ ਆਪਣੀ ਲੱਤ ਬਾਂਹ ਅੱਗੇ ਕਰ ਦੇਣੀ ਵੀ ਇਹਦੇ ਉੱਪਰ ਮਾਰੋ, ਵੀ ਇਹਦੇ ਵਿੱਚੋਂ ਖੂਨ ਡਿੱਗੇਗਾ ਤੇ ਮੇਰੇ ਵਰਗੇ ਉਹਨੇ ਹੋਰ ਬਣ ਜਾਣਗੇ। ਤੇ ਵਿਰੋਧੀਆਂ ਨੇ ਮਾਰਨ ਲੱਗਣਾ, ਉਹ ਮਰਨੇ ਮੁੱਕਣੇ ਹੀ ਨਾ, ਕਿਉਂਕਿ ਖੂਨ ਡੁੱਲਦਾ ਰਹਿਣਾ, ਉਹ ਜੰਮਦੇ ਰਹਿਣੇ, ਅੱਗੇ ਪੈਦਾ ਹੁੰਦੇ ਰਹਿਣੇ। ਤਾਂ ਕਰਕੇ ਇਸ ਨੂੰ ਰਕਤ ਬੀਜ ਆਖਿਆ ਜਾਂਦਾ। ਜਦੋਂ ਦੁਰਗਾ ਦੇਵੀ ਦਾ ਜੰਗ ਹੋਇਆ ਨਾ ਦੇਵਤਿਆਂ ਦੇ ਨਾਲ, ਤੇ ਉਸ ਵੇਲੇ ਇਹ ਰਕਤ ਬੀਜ ਦੇ ਖੂਨ ਤੋਂ ਹੀ ਅੱਗੇ ਕਿੰਨੇ ਉਹਦੇ ਰੂਪ ਬਣ ਜਾਂਦੇ। ਬੜਾ ਚਿਰ ਉਹ ਦੇਵੀ ਲੜਦੀ ਰਹੀ ਦੁਰਗਾ, ਪਰ ਉਹਨੇ ਵੇਖਿਆ ਵੀ ਇਸ ਤਰ੍ਹਾਂ ਤੇ ਕੰਮ ਮੁੱਕਣਾ ਹੀ ਨਹੀਂ ਹੈ। ਮੈਂ ਇਹਦੇ ਕੋਈ ਤੀਰ ਤਲਵਾਰ ਮਾਰਾਂਗੀ ਤੇ ਇਹਦਾ ਖੂਨ ਧਰਤੀ ਤੇ ਡੁੱਲੇਗਾ, ਤੇ ਇਹ ਤੇ ਉਹਨੇ ਰੂਪ ਬਣਾ ਲਏਗਾ, ਹੋਰ ਮੈਂ ਕਿੰਨੇ ਕੁ ਮਾਰਾਂਗੇ।
ਉਸ ਵੇਲੇ ਫਿਰ ਬਚਨ ਲਿਖਿਆ ਮਹਾਰਾਜ ਨੇ, ਚੰਡ ਚਤਾਰੀ ਕਾਲਕਾ ਮਨ ਬਹਿਲਾ ਰੋਸ ਵਢਾਏ ਕੈ, ਨਿਕਸੀ ਮੱਥਾ ਫੋਰ ਕੈ ਜਨ ਫਤਿਹ ਨਿਸ਼ਾਨ ਬਜਾਏ ਕੈ। ਚੰਡੀ ਦੀ ਵਾਰ ਪੜ੍ਹਦੇ ਹੋ ਨਾ, ਉਹਦੇ ਵਿੱਚ ਬਚਨ ਆਉਂਦਾ। ਫਿਰ ਚੰਡਕਾ ਕਹਿਣ ਲੱਗੇ ਵੀ ਦੁਰਗਾ ਨੇ ਉਸ ਵੇਲੇ ਕਾਲੀ ਨੂੰ ਯਾਦ ਕੀਤਾ ਤੇ ਕਾਲੀ ਦੇਵੀ ਫਿਰ ਮੱਥੇ ਵਿੱਚੋਂ ਉਸ ਵੇਲੇ ਪ੍ਰਗਟ ਹੋਈ ਤੇ ਫਿਰ ਕਾਲੀ ਦੇਵੀ ਨੂੰ ਹੁਕਮ ਕੀਤਾ ਵੀ ਇਹਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ, ਮੈਂ ਇਹਨੂੰ ਮਾਰਾਂਗੀ ਤੇ ਜਿਹੜੀਆਂ ਬੂੰਦਾਂ ਧਰਤੀ ਨੂੰ ਜਾਣ, ਤੂੰ ਧਰਤੀ ਤੇ ਲੰਮੇ ਪੈ ਕੇ ਤੇ ਮੂੰਹ ਖੋਲ ਕੇ ਸਾਰਾ ਖੂਨ ਤੂੰ ਪੀਣਾ ਹੈ, ਨਾ ਧਰਤੀ ਤੇ ਡਿੱਗੇ ਨਾ ਇਹਦੇ ਵਰਗਾ ਕੋਈ ਦੂਜਾ ਰਕਤ ਬੀਜ ਬਣੇ। ਇਸੇ ਤਰ੍ਹਾਂ ਹੀ ਹੋਇਆ। ਫਿਰ ਉਹ ਦੁਰਗਾ ਦੇਵੀ ਜਦੋਂ ਮਾਰੇ, ਜਿੰਨੀਆਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗਣ ਨੂੰ ਜਾਣ, ਉਹ ਥੱਲੇ ਲੰਮੇ ਪੈ ਕੇ ਉਹ ਸਾਰਾ ਖੂਨ ਪੀ ਲਿਆ ਕਰੇ। ਧਰਤੀ ਤੇ ਬੂੰਦ ਕੋਈ ਡਿੱਗੀ ਨਹੀਂ ਹੈ, ਜਦੋਂ ਡਿੱਗੀ ਨਹੀਂ ਤੇ ਉਹਦੇ ਵਰਗੇ ਫਿਰ ਹੋਰ ਨਹੀਂ ਬਣੇ। ਇਸ ਤਰ੍ਹਾਂ ਫਿਰ ਰਕਤ ਬੀਜ ਨਾਮ ਦੇ ਦੈਂਤ ਦਾ ਅੰਤ ਹੋਇਆ। ਚੰਡੀ ਦੀ ਵਾਰ ਦੀਆਂ 55 ਪੌੜੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖੀਆਂ। ਉਹਨਾਂ ਪੌੜੀਆਂ ਦੇ ਵਿੱਚ ਇਸ ਰਕਤ ਬੀਜ ਨਾਮ ਦੇ ਦੈਂਤ ਦਾ ਵੀ ਮਹਾਰਾਜ ਨੇ ਵਰਣਨ ਕੀਤਾ ਵੀ ਐਸਾ ਉਹ ਦੈਂਤ ਸੀ ਜਿਹਦਾ ਅੰਤ ਨਹੀਂ ਸੀ ਹੁੰਦਾ, ਕਿਉਂਕਿ ਉਹਦੀਆਂ ਖੂਨ ਤੋਂ ਬੂੰਦਾਂ ਤੇ ਉਗੋਂ ਸਰੀਰ ਬਣ ਜਾਂਦੇ ਸਨ। ਉਹਨੇ ਵਾਰੀ ਐਸਾ ਪ੍ਰਾਪਤ ਕੀਤਾ ਸੀ। ਸੋ ਮਹਾਰਾਜ ਜੀਆਂ ਨੇ ਫਿਰ ਉੱਥੇ ਚਰਿੱਤਰ ਬਣਾਏ ਨੇ, ਕੁਝ ਛੰਦ ਬਣਾਏ, ਕੁਝ ਬਾਣੀ ਰਚੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ, ਕੁਝ ਆਪ ਰਚਦੇ, ਕੁਝ ਜਿਹੜੇ ਕਵੀ ਰੱਖੇ ਸਨ ਨਾ ਮਹਾਰਾਜ ਨੇ, ਜਿਨ੍ਹਾਂ ਨੂੰ 5 ਰੁਪਈਏ ਰੋਜ਼ ਦੇ ਮਹਾਰਾਜ ਨੇ ਤਨਖਾਹ ਬਣ ਦਿੱਤੀ, ਐਸੇ ਕਵੀ ਜਿਹੜੇ ਸਨ ਉਹਨਾਂ ਨੂੰ ਵੀ ਆਖਿਆ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਸਾਨੂੰ ਦਿਓ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੰਗ ਹੋਣੇ ਨੇ ਤੇ ਸਾਡੇ ਸਿੱਖ ਇਹ ਜੰਗ ਯੁੱਧ ਦੀਆਂ ਗੱਲਾਂ ਪੜ੍ਹਨਗੇ ਵੀ ਸੂਰਮੇ ਕਿਵੇਂ ਲੜੇ ਨੇ। ਇਹਨਾਂ ਦੇ ਮਨ ਵਿੱਚ ਰੋਹ ਪੈਦਾ ਹੋਵੇਗਾ, ਇਹਨਾਂ ਦੇ ਮਨ ਵਿੱਚ ਜੋਸ਼ ਪੈਦਾ ਹੋਵੇਗਾ, ਜੰਗ ਵਿੱਚ ਜੇਤੂ ਹੋ ਜਾਣਗੇ, ਜਿੱਤ ਜਾਣਗੇ। ਸਾਡਾ ਖਾਲਸਾ ਕਿਸੇ ਕੋਲੋਂ ਹਾਰੇਗਾ ਨਹੀਂ, ਜਿੱਤ ਨੂੰ ਪ੍ਰਾਪਤ ਹੋਵੇਗਾ। ਇਹ ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀ ਆਉਣ ਵਾਲੇ ਸਮੇਂ ਬਾਬਤ ਇਹ ਸਾਰਾ ਕੁਝ ਇਕੱਠਾ ਕਰਦੇ ਪਏ। ਜਦੋਂ ਅਸੀਂ ਖਾਲਸਾ ਰਚਾਂਗੇ, ਉਹਨਾਂ ਦੀ ਆਤਮਿਕ ਖੁਰਾਕ ਜਿਹੜੀ ਹੈ ਨਾ, ਵੀਰ ਰਸੀ ਬਾਣੀ ਵੀ ਅਸੀਂ ਉਹਨਾਂ ਨੂੰ ਬਖਸ਼ਾਂਗੇ। ਤਾਂ ਮਹਾਰਾਜ ਜੀ ਇਹ ਸਭ ਕੁਝ ਕਰਵਾਉਂਦੇ ਹਨ। ਸਿਮਰਨ ਕੀਨਸ ਭਲੋ ਸੋ ਕੱਲ, ਤੇ ਕਹਿਣ ਲੱਗੇ ਵੀ ਉਸ ਵੇਲੇ ਕਿਸੇ ਚੰਗੇ ਸਮੇਂ ਇਸਨੇ ਯਾਦ ਕੀਤਾ ਹੈ। ਜਗਤ ਮਾਤ ਕੋ ਵਰਤ ਹੈ ਸਮੋ, ਉਸ ਵੇਲੇ ਜਗਤ ਮਾਤਾ ਜਿਹੜੀ ਹੈ ਨਾ, ਜਗਤ ਸ਼ਕਤੀ ਜਿਸ ਨੂੰ ਕਿਹਾ ਜਾਂਦਾ, ਜਗਤ ਸ਼ਕਤੀ ਕੋਲੋਂ ਇਸਨੇ ਉਸ ਵੇਲੇ ਵੱਡੀ ਭਗਤੀ ਕਰਕੇ ਵਰ ਮੰਗਿਆ ਹੈ। ਅੰਤ ਕਰਨ ਕੋ ਦੀਨਸ ਹਮੋ, ਤੇ ਕਹਿਣ ਲੱਗੇ ਵੀ ਵਰ ਇਹ ਮੰਗ ਲਿਆ ਵੀ ਮੈਂ ਜਿੰਨੇ ਧਰਤੀ ਤੇ ਬੂੰਦਾਂ ਡਿੱਗ ਪੈਣ ਉਹਨੇ ਸਰੀਰ ਬਣ ਜਾਣ। ਇਹ ਵਰ ਮੰਗ ਕੇ ਇਹ ਰਕਤ ਬੀਜ ਨੇ ਫਿਰ ਇਹੋ ਜਿਹੀ ਉਥਲ ਪੁਥਲ ਕੀਤੀ, ਇਹੋ ਜਿਹਾ ਫਿਰ ਇਸਨੇ ਜੰਗ ਯੁੱਧ ਕੀਤੇ ਜਿਨ੍ਹਾਂ ਦਾ ਵਰਣਨ ਕਰਨਾ ਬੜਾ ਔਖਾ। ਤੇ ਫਿਰ ਇਸ ਤਰ੍ਹਾਂ ਇਹਦਾ ਖੂਨ ਕਿਸੇ ਦੂਜੀ ਦੇਵੀ ਨੂੰ ਪਿਆ ਕੇ ਮੂੰਹ ਵਿੱਚ ਬੂੰਦਾਂ ਡੇਗ ਕੇ ਇਹਦੇ ਖੂਨ ਨੂੰ ਰੋਕਿਆ ਤੇ ਇਸ ਤਰ੍ਹਾਂ ਇਹਦਾ ਅੰਤ ਕੀਤਾ। ਮਹਾਰਾਜ ਜੀ ਕਵੀ ਰੱਖਦੇ ਪਏ ਕੋਲ, ਕਵਿਤਾ ਲਿਖਣੀਆਂ ਤੇ ਲਿਖਾਉਣੀਆਂ ਨੇ। ਇਹਨਾਂ ਕਵੀਆਂ ਦੀ ਪਰਖ ਕਿਵੇਂ ਕਰਦੇ ਨੇ, ਕਿਹੜੇ ਕਿਹੜੇ ਕਵਿਤਾ ਵਿੱਚ ਸਵਾਲ ਤੇ ਕਿਵੇਂ ਕਿਵੇਂ ਬੁੱਝਦੇ, ਅਗਲੇ ਇਤਿਹਾਸ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।